ਕਰਨ ਔਜਲਾ ਵੀਰਾ ਜਿੰਨਾ ਪਿਆਰ ਦਿੰਦਾ ਹੈ ਉਨਾ ਹੀ ਪਿਆਰ ਸਿੱਧੂ ਮੂਸੇਵਾਲਾ ਵੀਰਾ ਦਿੰਦਾ ਹੈ, ਕਿਉਂਕਿ ਸਾਡਾ ਕੰਮ, ਅਸੀਂ ਮਿਊਜ਼ੀਸ਼ੀਅਨ ਆ, ਸਾਡਾ ਕੰਮ ਹੈ ਕਿਸੇ ਵੀ ਸੌਂਗ ਨੂੰ ਬਿਊਟੀਫਾਈ ਕਰਨਾ। ਸੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਦੋਨੋਂ ਵੀਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਕਿੰਨੇ ਗੀਤਾਂ ਦੇ ਵਿੱਚ ਫਲੂਟ ਹੈ ਜਿਹੜੀ ਉਹ ਤੁਸੀਂ ਵਜਾਈ ਹੈ? ਇਹਨਾਂ ਦੇ ਹੁਣੇ ਅਰਾਊਂਡ 10 ਪਲੱਸ ਹੋਣੇ ਜੀ। ਤੇ ਜਿਹੜੀ ਆ ਨਵੀਂ ਮੂਵ ਸਟੇਪ ਆਈ ਹੈ ਉਹਦੇ ਵਿੱਚ ਵੀ? ਹਾਂ ਜੀ, ਮੂਵ ਸਟੇਪ ਦੇ ਵਿੱਚ ਵੀ ਜਿਹੜਾ ਫਰਸਟ ਟਰੈਕ ਆਊਟ ਹੋਇਆ ਸੀ ਜੀ, ਤੇ ਉਹਦੇ ਚ ਮੇਰੇ ਅਲਗੋਜ਼ੇ ਤੇ ਮੈਂ ਫਲੂਟ ਪਲੇ ਕੀਤੀ ਹੈ। ਦੈਨ ਇਹ ਤੋਂ ਇਲਾਵਾ 3 ਸੌਂਗਸ ਹੋਰ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਹੋਣਗੇ। ਅੱਛਾ, ਮੂਵ ਸਟੇਪ ਦੇ ਨਾਲ ਜੀ, ਮੂਵ ਸਟੇਪ ਦੇ ਵਿੱਚ ਹੀ ਰਿਲੀਜ਼। ਮੂਸੇਵਾਲਾ ਵੀਰੇ ਨੇ ਜਦੋਂ ਆ ਮੂਵ ਸਟੇਪ ਦਾ ਅਸੀਂ ਫਰਸਟ ਸੌਂਗ ਕੀਤਾ, ਵੀਰੇ ਸਿੱਕ ਆ, ਜਿਵੇਂ ਉਧਰ ਦੀ ਭਾਸ਼ਾ ਬੋਲਦੇ ਨੇ ਕੈਨੇਡੀਅਨ, ਵੀਰੇ ਸਿੱਕ ਆ ਡਾਰਲਿੰਗ, ਜਮਾ ਹੀ ਬਸ ਐਂਡ ਕਰਾਤੀ। ਕਿਹਦੇ ਨਾਲ ਕੰਮ ਕਰਨ ਦੀ ਇੱਛਾ ਹੈਗੀ ਹੈ ਕਿ ਇਹਨਾਂ ਨਾਲ ਰਹਿ ਗਿਆ? ਸਤਿੰਦਰ ਸਰਤਾਜ ਦੇ ਨਾਲ ਕੰਮ ਕਰ ਚੁੱਕੇ? ਜੀ ਬਿਲਕੁਲ। ਮੇਰੀ ਪਰਸਨਲ ਇੱਕ ਉਮੀਦ ਆ, ਇੱਕ ਆਸ ਹੈ ਮੇਰੇ ਅੰਦਰ ਕਿ ਮਾਲਕ ਸ਼ਾਇਦ ਉਹ ਵੀ ਪੂਰਾ ਕਰਨਗੇ। ਮੈਂ ਉਹਨਾਂ ਨਾਲ ਲਾਈਵ ਪਲੇ ਕਰਨਾ ਚਾਹੁੰਦਾ। ਸਤਿੰਦਰ ਸਰਤਾਜ ਜੀ ਨਾਲ ਅਗਰ ਮੌਕਾ ਮਿਲੇ ਤਾਂ ਮੈਂ ਜ਼ਰੂਰ ਉਹਨਾਂ ਨਾਲ ਲਾਈਵ ਜ਼ਰੂਰ ਮੈਂ ਸਟੇਜ ਸ਼ੇਅਰ ਕਰਨੀ। ਜਿਹੜੀ ਫਲੂਟ ਹੁੰਦੀ ਹੈ, ਅਲਗੋਜ਼ੇ ਹੁੰਦੇ ਨੇ, ਬੜਾ ਠਹਿਰਾਵ ਵਾਲਾ ਜਿਹੜਾ ਕੋਈ ਗੀਤ ਹੁੰਦਾ ਹੈ, ਲੋਕ ਗੀਤ ਹੁੰਦੇ ਨੇ, ਉਹਨਾਂ ਦੇ ਵਿੱਚ ਵਰਤੋਂ ਹੁੰਦੀ ਸੀ। ਪਰ ਜਿਨ੍ਹਾਂ ਕਲਾਕਾਰਾਂ ਤੇ ਤੁਸੀਂ ਨਾਮ ਲੈ ਰਹੇ ਹੋ, ਮਾਰ ਧਾੜ ਵਾਲੇ ਗੀਤ ਹੁੰਦੇ ਨੇ ਨਾ, ਤਾਂ ਉਹਨਾਂ ਗੀਤਾਂ ਦੇ ਵਿੱਚ ਵੀ ਫਲੂਟ ਵੱਜ ਰਹੀ ਹੈ, ਤਾਂ ਇਹ ਕੰਬੀਨੇਸ਼ਨ ਕਿਵੇਂ ਸੈੱਟ ਹੋਇਆ? ਇਹ ਕੰਬੀਨੇਸ਼ਨ ਇਦਾਂ ਹੈ ਜੀ, ਹਰ ਇੱਕ ਚੀਜ਼ ਹੈ ਜੀ ਪ੍ਰਕਿਰਤੀ ਦੇ ਵਿੱਚ ਨਾ, ਉਹਦਾ ਇੱਕ ਪ੍ਰੋ ਹੈ, ਉਹਦਾ ਇੱਕ ਕੌਣ ਹੈ, ਇਹ ਹੈਗਾ ਹੈ। ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਹਿੰਦੇ ਆ ਕਿ ਫਲਾਣਾ ਬੰਦਾ ਬਹੁਤ ਸ਼ਾਂਤ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਹਮੇਸ਼ਾ ਹੀ ਸ਼ਾਂਤ ਹੈ। ਕਿਤੇ ਨਾ ਕਿਤੇ ਉਹਦੀ ਜਦੋਂ ਕਹਿੰਦੇ ਨੇ ਕਿ ਮੈਲਟਿੰਗ ਪਾਵਰ ਜਦੋਂ ਆਉਂਦੀ ਹੈ ਨਾ, ਫਿਰ ਉਹ ਬਰਸਟ ਆਊਟ ਹੁੰਦਾ ਹੈ। ਤਾਂ ਸੇਮ ਉਦਾਂ ਹੀ ਹਰ ਇੱਕ ਇਨਸਟਰੂਮੈਂਟ ਹੈ। ਹੁਣ ਫਲੂਟ ਨਜ਼ਾਕਤ ਵਾਲਾ ਇਨਸਟਰੂਮੈਂਟ ਹੈ, ਬਿਲਕੁਲ ਨਜ਼ਾਕਤ ਵਾਲਾ, ਪਰ ਉਹਨੂੰ ਵਜਾਉਣ ਦੇ ਤਰੀਕੇ ਦੇ ਨਾਲ ਉਹ ਜਿੰਨੇ ਵੀ ਗਾਣਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਯੂਜ਼ ਹੁੰਦਾ ਹੈ। ਅੰਮ੍ਰਿਤ ਮਾਨ ਭਾਈ ਦਾ ਹੁਣ ਆਇਆ ਸੀ ਗਾਣਾ, ਮਾਂ ਗਾਣਾ ਆਇਆ ਸੀ, ਤੇ ਉਹ ਜਦੋਂ ਉਹਨਾਂ ਨੇ ਫਲੂਟ ਸੁਣੀ ਤੇ ਉਹ ਬਹੁਤ ਇਮੋਸ਼ਨਲ ਹੋਏ ਤੇ ਉਹਨਾਂ ਨੇ ਕਿਹਾ ਜੀ। ਸੋ ਮੇਰੇ ਲਈ ਉਹ ਜਿਹੜਾ ਸਭ ਤੋਂ ਬੜਾ ਕੰਪਲੀਮੈਂਟ ਉਹੀ ਹੈ ਕਿ ਉਹਨਾਂ ਦੀ ਇੱਕ ਐਕਸੈਪਟੈਂਸ ਮੇਰੇ ਲਈ ਦੇਖ ਕੇ। ਸੋ ਹੁਣ ਅਗਰ ਮੈਂ ਆਪਣੀ ਫੈਮਿਲੀ ਦੀ ਗੱਲ ਕਰਾਂ ਤਾਂ ਮੇਰੀ ਪੂਰੀ ਫੈਮਿਲੀ ਮੈਨੂੰ ਉਸ ਚੀਜ਼ ਦੇ ਵਿੱਚ ਬਿਲਕੁਲ ਮੈਨੂੰ ਮੋਟੀਵੇਟ ਕਰਦੀ ਹੈ। ਕੋਈ ਕਿਸੇ ਪ੍ਰਕਾਰ ਦੀ ਕੋਈ ਉਹ ਚੀਜ਼ ਨਹੀਂ ਹੈਗੀ। 204 ਆਰਟਿਸਟ ਦੇ ਨਾਮ ਲਿਖੇ ਹੋਏ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ, ਤੇ 1000 ਦੇ ਕਰੀਬ ਗੀਤ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਵਜਾਈ ਹੋਈ ਫਲੂਟ ਤੇ ਅਲਗੋਜ਼ਾ ਅਸੀਂ ਸੁਣ ਸਕਦੇ ਹਾਂ। ਕਹਿੰਦੇ ਅੱਲੇ ਨਾ ਪੱਲੇ ਪਰ ਵਰਦੀ ਤੇ ਜ਼ੋਰ, ਕਹਿੰਦੇ ਵੀ ਅੱਲੇ ਪੱਲੇ ਕੁਛ ਨਾ ਹੋਵੇ ਤੇਰੇ, ਪਰ ਤੂੰ ਸਟੇਜ ਤੇ ਖੜਿਆ ਹੋਵੇ ਨਾ, ਐਂ ਲੱਗਣਾ ਚਾਹੀਦਾ ਵੀ ਤੇਰੇ ਤੋਂ ਉੱਪਰ ਨਹੀਂ ਹੈ ਕੋਈ। ਜੀ ਮੇਰੇ ਫਾਦਰ ਸਾਹਿਬ ਮੈਨੂੰ ਹਮੇਸ਼ਾ ਇਹੀ ਸਮਝਾਉਂਦੇ ਆ ਕਿ ਇੱਕ ਸਟੇਜ ਹੁੰਦੀ ਹੈ, ਚਾਹੇ ਤੁਸੀਂ ਕਿਤੇ ਵੀ ਵਜਾ ਰਹੇ ਹੋ, ਤੇ ਕਲਾਕਾਰ ਤਾਂ ਇੱਕ ਕਲਾਕਾਰ ਹੈ ਜੀ। ਤੁਸੀਂ ਹੁਣ ਅਸੀਂ ਸਟੂਡੀਓ ਦੇ ਵਿੱਚ ਐਂਟਰ ਹੁੰਦੇ ਆ, ਸਾਨੂੰ ਨਹੀਂ ਪਤਾ ਕਿ ਉਹ ਗਾਣਾ ਇੱਕ ਛੋਟੇ ਆਰਟਿਸਟ ਦਾ ਜਾਂ ਕਿ ਗਾਣਾ ਕੋਈ ਬੜੇ ਆਰਟਿਸਟ ਦਾ। ਸਾਡਾ ਹੁੰਦਾ ਕਿ ਅਸੀਂ ਫੁੱਲ ਇੱਕ ਜਿਹੜੀ ਆਪਣੀ ਪੂਰੀ એનર્ਜੀ ਦੇ ਨਾਲ ਉਸ ਗਾਣੇ ਨੂੰ ਬਿਊਟੀਫਾਈ ਕਰੀਏ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ।
ਕੁਦਰਤ ਨੇ ਸਰਵੋਤਮ ਸਾਜ਼ ਮਨੁੱਖ ਦੇ ਅੰਦਰ ਹੀ ਬਣਾਇਆ ਹੋਇਆ ਹੈ, ਪਰ ਜੋ ਗੀਤ ਅੱਜ ਕੱਲ੍ਹ ਅਸੀਂ ਸੁਣ ਰਹੇ ਹਾਂ, ਜੇ ਉਸ ਦੇ ਵਿੱਚ ਸਾਜ਼ ਦੀ ਵਰਤੋਂ ਨਾ ਹੋਵੇ ਤਾਂ ਗੀਤ ਅਧੂਰੇ ਲੱਗਣਗੇ। ਗੀਤਾਂ ਦਾ ਸ਼ਿੰਗਾਰ ਬਣਨ ਵਾਲੇ ਇਹ ਸਾਜ਼ ਜੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਸਾਜ਼ਾਂ ਨੂੰ ਵਜਾਉਣ ਵਾਲਾ ਫਲੂਟ ਪ੍ਰੀਤ ਅੱਜ ਸਾਡੇ ਨਾਲ ਮੌਜੂਦ ਹੈ। ਤਾਂ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ ਅੱਜ ਫਲੂਟ ਪ੍ਰੀਤ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਸੁਣਾਵਾਂਗੇ ਕਿ ਛੋਟੀ ਉਮਰ ਦੇ ਵਿੱਚ ਜੋ ਵੱਡੇ ਕਿੱਸੇ ਨੇ ਇਹਨਾਂ ਦੇ, ਅਨੇਕਾਂ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਨੇ ਤੇ ਹਜ਼ਾਰਾਂ ਗੀਤਾਂ ਦੇ ਵਿੱਚ ਬੰਸਰੀ ਅਤੇ ਅਲਗੋਜ਼ਿਆਂ ਦੀ ਵਰਤੋਂ ਦੇ ਨਾਲ ਗੀਤਾਂ ਨੂੰ ਜਿਹੜਾ ਹੋਰ ਖੂਬਸੂਰਤ ਬਣਾਇਆ ਹੈ। ਕਿਉਂਕਿ ਅਕਸਰ ਅਸੀਂ ਸੁਣਦੇ ਹਾਂ, ਗੀਤ ਸੁਣਦੇ ਹਾਂ ਤੇ ਜਿਹੜੇ ਗਾਇਕ ਹੁੰਦੇ ਨੇ ਜਾਂ ਗੀਤਕਾਰ ਹੁੰਦੇ ਨੇ ਉਹ ਵਾਹ-ਵਾਹੀ ਖੱਟ ਲੈਂਦੇ ਨੇ, ਪਰ ਅਸਲ ਦੇ ਵਿੱਚ ਜਿਹੜੇ ਸਾਜ਼ ਹੁੰਦੇ ਨੇ ਜਾਂ ਜਿਹੜੇ ਸਾਜ਼ ਵਜਾਉਣ ਵਾਲੇ ਹੁੰਦੇ ਨੇ, ਜਿਨ੍ਹਾਂ ਨੇ ਉਹਨਾਂ ਗੀਤਾਂ ਦੇ ਵਿੱਚ ਜਾਨ ਪਾਈ ਹੁੰਦੀ ਹੈ, ਉਹ ਕਿਤੇ ਪਿੱਛੇ ਰਹਿ ਜਾਂਦੇ ਨੇ। ਤੇ ਅੱਜ ਮੁਲਾਕਾਤ ਕਰਾਵਾਂਗੇ ਫਲੂਟ ਪ੍ਰੀਤ ਦੇ ਨਾਲ। ਬਹੁਤ-ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸੁਮਨ ਜੀ, ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ-ਬਹੁਤ ਸ਼ੁਕਰੀਆ ਜੀ। ਫਲੂਟ ਪ੍ਰੀਤ ਤਾਂ ਚਲੋ ਮੈਨੂੰ ਲੱਗਦਾ ਜਦੋਂ ਆਰਟਿਸਟ ਬਣੇ ਉਦੋਂ ਨਾਮ ਰੱਖਿਆ ਹੋਣਾ, ਅਸਲੀ ਜੋ ਮਾਂ-ਬਾਪ ਨੇ ਨਾਮ ਦਿੱਤਾ ਉਹ ਕੀ ਹੈ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਹਾਂਜੀ, ਤੇ ਨਾਂ ਪਿੱਛੇ ਵੀ ਬੜਾ ਮੈਨੂੰ ਮਤਲਬ ਕਾਫੀ ਲੋਕਾਂ ਨੂੰ ਮਤਲਬ ਸਰਾਇਆ ਕਿ ਬਹੁਤ ਅੱਛਾ ਕੈਚੀ ਨਾਂ ਹੈ। ਤੇ ਮੈਂ ਉਹ ਦੱਸਣਾ ਚਾਹਾਂਗਾ ਕਿ ਬੜਾ ਮਤਲਬ ਇੱਕ ਵਾਕਿਆ ਹੋਇਆ ਕਿ ਮੈਂ ਮੇਲ ਆਈਡੀ ਬਣਾ ਰਿਹਾ ਸੀ ਆਪਣੀ ਤੇ ਗੁਰਪ੍ਰੀਤ ਬਹੁਤ ਨੇ ਕਹਿੰਦੇ ਨੇ ਮੈਨੂੰ, ਮਤਲਬ ਕਾਲਜ ਦੇ ਵਿੱਚ ਵੀ ਮਜ਼ਾਕ ਕਰਦੇ ਸੀ ਕਿ ਹਰੇਕ ਦੂਸਰੇ ਬੰਦੇ ਦਾ ਨਾਂ ਗੁਰਪ੍ਰੀਤ ਆ ਪੰਜਾਬ ਦੇ ਵਿੱਚ। ਹਾਂਜੀ, ਗੁਰਪ੍ਰੀਤ ਬਹੁਤ ਕਾਮਨ ਨੇ, ਮੈਂ ਕੁੜੀਆਂ ਦਾ ਵੀ ਮੁੰਡਿਆਂ ਦਾ ਵੀ। ਤੇ ਆਲ ਆਫ ਅ ਸਡਨ ਮੈਂ ਉਦੋਂ ਫਲੂਟ ਥੋੜੀ ਬਹੁਤ ਵਜਾਉਂਦਾ ਸੀਗਾ ਤੇ ਆਈ ਜਸਟ ਥਾਟ ਕਿ ਫਲੂਟ ਪ੍ਰੀਤ ਅਗਰ ਮੈਂ ਦੇਖਾਂ, ਅਗਰ ਮੈਨੂੰ ਮਿਲੇ ਤੇ ਉਹ ਉਦੋਂ ਦਾ ਬਸ ਫਲੂਟ ਪ੍ਰੀਤ ਹੀ ਚੱਲ ਰਿਹਾ। ਸਾਜ਼ ਤੋਂ ਹੀ ਆਪਣਾ ਨਾਮ ਰੱਖ ਲਿਆ, ਯਾਨੀ ਜੀ ਬਿਲਕੁਲ, ਬੜਾ ਯੂਨੀਕ ਚੀਜ਼। ਜੀ ਬਿਲਕੁਲ। ਇਹ ਐਕਚੁਅਲੀ ਇਦਾਂ ਹੈ ਕਿ ਜਿਹੜੀ ਉਹ ਤੁਹਾਡੇ ਅੰਦਰ ਇੱਕ ਸ਼ਿੱਦਤ ਹੈ ਕਿਸੇ ਚੀਜ਼ ਲਈ, ਸੋ ਮੈਨੂੰ ਬਹੁਤ ਜ਼ਿਆਦਾ ਅਟਰੈਕਸ਼ਨ ਹੈ ਟੂਵਰਡਸ ਫਲੂਟ। ਆਈ ਡੋਨਟ ਨੋ ਕਿਉਂ, ਵਿੰਡ ਇੰਸਟਰੂਮੈਂਟ ਸਪੈਸੀਫਿਕਲੀ ਮੈਨੂੰ ਮੈਨੂੰ ਨਹੀਂ ਜੀ ਮੈਨੂੰ ਨਹੀਂ ਪਤਾ ਕਿ ਕਿਆ ਰੀਜ਼ਨ ਹੈ। ਮਤਲਬ ਬੇਸ਼ੱਕ ਮੈਂ ਪਹਿਲੋਂ ਤੋਂ ਮਤਲਬ ਸੰਗੀਤ ਮੈਂ ਥੋੜਾ ਬਹੁਤ ਗਾਉਂਦਾ ਹੁੰਦਾ ਸੀਗਾ ਤੇ ਆਈ ਡੋਨਟ ਨੋ ਕਿਵੇਂ ਕਿ ਮੈਂ ਇਹਨੂੰ ਹੀ ਅਪਣਾਉਣਾ ਜ਼ਿਆਦਾ ਮੁਨਾਸਿਬ ਸਮਝਿਆ ਤੇ ਮਤਲਬ ਵਿੰਡ ਇੰਸਟਰੂਮੈਂਟਸ ਨਾਲ ਮੇਰਾ ਪਿਆਰ ਫਿਰ ਵੱਧਦਾ ਹੀ ਗਿਆ। ਸੋ ਮੈਂ ਜਿੱਥੇ ਵੀ ਜਾਂਦਾ, ਜਿੱਥੇ ਵੀ ਟਰੈਵਲ ਕਰਦਾ, ਕੋਸ਼ਿਸ਼ ਕਰਦਾ ਕਿ ਨਵੇਂ ਤੋਂ ਨਵੇਂ ਇੰਸਟਰੂਮੈਂਟ ਮੈਂ ਕਲੈਕਟ ਕਰਾਂ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਕੀ ਤੁਸੀਂ ਸੰਗੀਤ ਦੇ ਵਿੱਚ ਮਾਸਟਰਸ ਕੀਤੀ ਹੋਈ ਹੈ, ਇਹੀ ਪੜ੍ਹਾਈ ਕੀਤੀ ਹੈ ਸੰਗੀਤ ਦੀ ਜਾਂ ਇੰਸਟਰੂਮੈਂਟ ਦੀ? ਨਹੀਂ ਜੀ, ਨਹੀਂ। ਮੈਂ ਬਾਈ ਪ੍ਰੋਫੈਸ਼ਨ ਮੈਂ ਇੰਜੀਨੀਅਰ ਹਾਂ ਤੇ ਮਾਸਟਰਸ ਮੈਂ ਡ੍ਰੌਪ ਆਊਟ ਹਾਂ। ਮਾਸਟਰਸ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਫਾਈਨਲ ਈਅਰ 'ਚ ਡ੍ਰੌਪ ਆਊਟ ਕੀਤਾ ਸੀ ਤੇ ਕਿਉਂਕਿ ਰੀਜ਼ਨ ਇਹ ਸੀ ਡ੍ਰੌਪ ਆਊਟ ਕਰਨ ਦਾ ਕਿ ਮਤਲਬ ਮੈਨੂੰ ਮਿਊਜ਼ਿਕ ਦੇ ਵਿੱਚ ਇੱਕ ਜਿਹੜੀ ਸੰਤੁਸ਼ਟੀ ਆਪਾਂ ਕਹਿ ਸਕਦੇ ਹਾਂ ਉਹ ਮੈਨੂੰ ਕਿਤੇ ਨਾ ਕਿਤੇ ਮੈਨੂੰ ਮਿਲਣੀ ਸ਼ੁਰੂ ਹੋ ਗਈ। ਇੱਕ ਸਟੇਬਿਲਿਟੀ ਜਿਹੜੀ ਆਪਾਂ ਨੂੰ ਲੱਗਦੀ ਹੈ ਕਿ ਦੇਖੋ ਫਾਈਨੈਂਸ਼ੀਅਲੀ ਵੀ ਆਪਾਂ ਜ਼ਰੂਰ ਸੋਚ ਕੇ ਚੱਲਣਾ ਜ਼ਰੂਰੀ ਹੈ, ਚਾਹੇ ਪੈਸ਼ਨ ਹੋਵੇ ਜੋ ਮਰਜ਼ੀ ਹੋਵੇ, ਚੀਜ਼ਾਂ ਨੂੰ ਥੋੜਾ ਬੈਲੈਂਸ ਕਰਕੇ ਚੱਲਣਾ ਜ਼ਰੂਰੀ ਹੁੰਦਾ। ਦੈਨ ਆਈ ਥਾਟ ਕਿ ਇਟਸ ਬੈਟਰ ਟੂ ਕਿ ਮੈਂ ਇੱਧਰ ਹੀ ਇਸੇ ਫੀਲਡ ਦੇ ਵਿੱਚ ਹੀ ਮੈਂ ਜ਼ਿਆਦਾ ਪ੍ਰੋਗਰੈਸ ਕਰਾਂ, ਤਾਂ ਮੈਂ ਫਿਰ ਉੱਧਰ ਡ੍ਰੌਪ ਕੀਤਾ। ਬਾਕੀ ਸਭ ਤੋਂ ਪਹਿਲਾ ਗੀਤ ਕਿਹੜਾ ਸੀਗਾ ਜਿਸ ਵਿੱਚ ਫਲੂਟ ਵਜਾਈ ਹੈ ਜਾਂ ਜਿਹੜਾ ਅਲਗੋਜ਼ਾ ਹੈ ਉਸ ਦੀ ਵਰਤੋਂ ਹੋਈ? ਸਭ ਤੋਂ ਪਹਿਲਾਂ ਥੋੜੀਆਂ ਬੋਲੀਆਂ ਦੇ ਵਿੱਚ ਮੈਂ ਅਲਗੋਜ਼ੇ ਮੈਂ ਪਲੇ ਕੀਤੇ ਸੀਗੇ। ਬੋਲੀਆਂ ਦੇ ਵਿੱਚ ਉਹ ਅਲਗੋਜ਼ਿਆਂ ਦੇ ਨਾਲ ਮਤਲਬ ਲੇਅਰਿੰਗ ਹੋਈ ਸੀ। ਮਤਲਬ ਮੈਂ ਬੜਾ ਸਹਿਮਿਆ ਹੋਇਆ ਸੀ ਕਿ ਸਟੂਡੀਓ ਦੇ ਵਿੱਚ ਜਾ ਕੇ ਕਿਵੇਂ ਕਰਨਾ ਹੈ, ਗਲਤ ਨਾ ਹੋ ਜੇ। ਉੱਥੇ ਇਹ ਨਹੀਂ ਪਤਾ ਸੀ ਨਾ ਕਿ ਗਲਤ ਹੋ ਗਿਆ ਤਾਂ ਡਿਲੀਟ ਹੋ ਜਾਂਦਾ, ਬਟ ਮੈਨੂੰ ਇਹ ਸੀਗਾ ਕਿ ਇੱਕ ਟੇਕ ਦੇ ਵਿੱਚ ਹੀ ਵਧੀਆ ਕਰਨਾ ਹੈ। ਤੇ ਉੱਥੇ ਰਿਕਾਰਡਿਸਟ ਸੀਗੇ ਭਾਜੀ ਰਵਿੰਦਰ ਜੀ, ਉਹਨਾਂ ਨੇ ਬੜਾ ਮਤਲਬ ਪ੍ਰੋਤਸਾਹਨ ਦਿੱਤਾ ਤੇ ਹੌਲੀ ਹੌਲੀ ਕਰਕੇ ਉਹ ਸੈਸ਼ਨ ਮੇਰਾ ਫਰਸਟ ਜਿਹੜਾ ਮੈਂ ਬੋਲੀਆਂ ਦੇ ਵਿੱਚ ਮਤਲਬ ਮੈਂ ਅਲਗੋਜ਼ੇ ਪਲੇ ਕੀਤੇ ਸੀ। ਅੱਜ ਕੱਲ੍ਹ ਦੇ ਜਿਹੜੇ ਮੰਨੇ ਪਰਮੰਨੇ ਗਾਇਕ ਨੇ ਹਨਾ, ਉਹਨਾਂ ਗਾਇਕਾਂ ਦੇ ਨਾਲ ਕੰਮ ਕਰਨ ਦੇ ਲਈ ਜਿਹੜੇ ਇਹ ਮਿਊਜ਼ੀਸ਼ੀਅਨਸ ਹੁੰਦੇ ਨੇ, ਜੀ ਕਿਹੜਾ ਉਹ ਗਾਇਕ ਹੈ ਜਿਸ ਦੇ ਨਾਲ ਪਹਿਲਾਂ ਗੀਤ ਕੀਤਾ ਸੀ ਤੇ ਸਾਜ਼ ਵਜਾਈ ਨੇ? ਸਭ ਤੋਂ ਪਹਿਲਾਂ ਮੈਂ ਜਿਹੜਾ ਮਤਲਬ ਕੰਮ ਕੀਤਾ ਸੀ ਉਹ ਮੈਂ ਕੀਤਾ ਦੇਸੀ ਕਰੂ ਮਿਊਜ਼ਿਕ ਡਾਇਰੈਕਟਰਸ ਨੇ, ਉਹਨਾਂ ਦੇ ਨਾਲ ਮੈਂ ਕੰਮ ਕੀਤਾ ਸੀ ਤੇ ਉਦੋਂ ਮੈਨੂੰ ਜਿਹੜਾ ਗਾਣਾ ਆ ਉਹ ਸੀਗਾ ਇੰਪ੍ਰੈਸ, ਰਣਜੀਤ ਬਾਵਾ ਭਾਜੀ ਦਾ ਗਾਣਾ ਸੀਗਾ ਤੇ ਉਹਦੇ ਵਿੱਚ ਮੈਂ ਫਸਟ ਟਾਈਮ ਮੈਂ ਪਲੇ ਉਹਦੇ 'ਚ ਕੀਤਾ ਸੀਗਾ। ਉਹ ਤੋਂ ਬਾਅਦ ਫਿਰ ਹੌਲੀ ਜਿਵੇਂ ਪ੍ਰੋਗਰੈਸ ਕਰਦਾ ਰਹਿੰਦਾ, ਬਾਕੀ ਪਤਾ ਲੱਗਦਾ ਰਹਿੰਦਾ ਕਿ ਫਲਾਣੇ ਗਾਣੇ ਦੇ ਵਿੱਚ ਕਿਹਨੇ ਪਲੇ ਕੀਤਾ ਹੈ ਨਾ, ਕਿਤੇ ਨਾ ਕਿਤੋਂ ਲਿੰਕ ਨਿਕਲ ਕੇ ਫਿਰ ਕਾਲਸ ਆਉਂਦੀਆਂ ਨੇ, ਫਿਰ ਅੱਗੇ ਫਿਰ ਪ੍ਰੋਸੈਸ ਹੈ ਜਿਹੜਾ ਉਹ ਅੱਗੇ ਫਰਦਰ। ਕਿੰਨੇ ਕਲਾਕਾਰਾਂ ਦੇ ਨਾਲ ਹੁਣ ਤੱਕ ਕੰਮ ਕਰ ਚੁੱਕੇ ਹੋ? ਆਲ ਇਨ ਆਲ ਮੈਂ ਮਤਲਬ ਕਾਊਂਟ ਅਗਰ ਮੈਂ ਮਤਲਬ ਥੋੜੀ ਬਹੁਤ ਹੀ ਮੈਂ ਕਰ ਪਾਇਆ ਤੇ ਉਹਦੇ ਵਿੱਚ ਅਰਾਊਂਡ 200 ਮੈਂ ਜਿਹੜੇ ਆਰਟਿਸਟ ਨੇ ਇੰਡੀਆ ਐਂਡ ਅਬਰੋਡ ਜਿਨ੍ਹਾਂ ਦੇ ਨਾਲ ਮੈਂ ਕੰਮ ਕਰ ਚੁੱਕਿਆ। ਕਹਿੰਦੇ ਅੱਜ ਕੱਲ ਤਾਂ ਪੰਜਾਬ 'ਚ ਕਲਾਕਾਰੀ ਗਾਇਕ ਹੀ ਇੰਨੇ ਹੋ ਗਏ ਨੇ ਕਿ ਉਂਗਲਾਂ ਤੇ ਅਸੀਂ ਨਹੀਂ ਜੀ ਤੁਸੀਂ ਗਿਣਤੀ ਕਰ ਲਈਏ। ਜੀ ਤੇ ਮੋਟੇ ਜੇ ਨਾਮ ਮੋਟਾ ਦੱਸਣਾ ਹੋਵੇ, ਗੁਰਦਾਸ ਮਾਨ ਜੀ, ਬੀ ਪ੍ਰਾਕ ਭਾਜੀ, ਦੈਨ ਸਿੱਧੂ ਮੂਸੇਵਾਲਾ ਭਾਜੀ,
ਦੈਨ ਦਿਲਜੀਤ ਦੋਸਾਂਝ, ਕਰਨ ਔਜਲਾ, ਅੰਮ੍ਰਿਤਮਾਨ, ਰਣਜੀਤ ਬਾਵਾ, ਨਿਮਰਤ ਖਹਿਰਾ, ਸੁਨਿਧੀ ਚੌਹਾਨ, ਬਾਰਬੀ ਮਾਨ, ਸ਼ਿਪਰਾ ਗੋਇਲ ਐਂਡ ਇੰਦਰ ਚਹਿਲ, ਜਸ ਮਾਨਕ, ਸੀਪੀ ਗਿੱਲ, ਲਾਡੀ ਗਿੱਲ, ਬਹੁਤ ਵੀਰੇ ਜਿਹੜਾ ਨੇ। ਰਹਿ ਗਿਆ ਹੋਏ ਉਹਦਾ ਨਾਮ ਦੱਸ। ਨਹੀਂ, ਮਹਾਰਾਜ ਦੀ ਕਿਰਪਾ ਨਾਲ ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਰਹੇ ਹੋਣੇ, ਤੇ ਜਿੰਨੇ ਵੀ ਅੱਜ ਦੀ ਡੇਟ 'ਚ ਵੀਰੇ ਕੰਮ ਕਰ ਰਹੇ ਨੇ ਸਾਰਿਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ ਆਲਮੋਸਟ। ਔਜਲੇ ਨਾਲ ਵੀ ਜੀ ਸਿੱਧੂ ਮੂਸੇਵਾਲੇ ਨਾਲ ਜੀ ਬਿਲਕੁਲ। ਇਹ ਕਿਵੇਂ ਪੋਸੀਬਲ ਹੋ ਗਿਆ? ਮੈਂ ਇਹ ਸਮਝਦਾ ਕਿ ਦੇਖੋ ਚੀਜ਼ਾਂ ਜ਼ਰੂਰੀ ਨੇ। ਮੈਂ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਗਲਤ ਹੈ ਜਾਂ ਫਲਾਣਾ ਗਲਤ ਹੈ ਜਾਂ ਉਹ ਗਲਤ ਹੈ। ਚੀਜ਼ਾਂ ਸਾਰੀਆਂ ਇੱਕ ਤਰੀਕੇ ਨਾਲ ਚੱਲਦੀਆਂ ਰਹਿੰਦੀਆਂ ਨੇ। ਹੁਣ ਬਹੁਤ ਸੀ ਚੀਜ਼ਾਂ ਨੇ, ਬਹੁਤ ਸੀ ਜਿਵੇਂ ਮੈਂ ਇਸ ਲਾਈਨ ਦੇ ਵਿੱਚ ਆ ਵੀ ਗਿਆ ਸੀ, ਹੁਣ ਮੈਨੂੰ 6 ਮਹੀਨੇ ਹੋਏ ਨੇ ਜਦੋਂ ਮੈਂ ਕਿਸੇ ਗਾਣੇ ਨੂੰ ਲਿਰਿਕਲੀ ਸੁਣਨਾ ਤੇ ਸਮਝਣਾ ਸ਼ੁਰੂ ਕੀਤਾ। ਮੈਨੂੰ ਸਿਰਫ ਮੈਲੋਡੀ ਹੀ ਪਸੰਦ ਆਉਂਦੀ ਸੀਗੀ। ਸੋ ਮੇਰਾ ਮਤਲਬ ਹਰ ਇੱਕ ਦੇ ਲਈ ਇਹੀ ਹੈ, ਚਾਹੇ ਉਹ ਸਿੱਧੂ ਮੂਸੇਵਾਲਾ ਵੀਰੇ ਦੇ ਫੈਨਸ ਨੇ, ਚਾਹੇ ਉਹ ਕਰਨ ਔਜਲਾ ਵੀਰੇ ਦੇ ਫੈਨਸ ਨੇ, ਕਿ ਆਪਾਂ ਆਪਣੇ ਸਵਾਦ ਲਈ ਚੀਜ਼ਾਂ ਨੂੰ ਸੁਣ ਰਹੇ ਹਾਂ, ਆਪਾਂ ਆਪਣੇ ਸਵਾਦ ਲਈ ਚੀਜ਼ਾਂ ਨੂੰ ਸੁਣ ਰਹੇ ਹਾਂ, ਤੇ ਆਪਾਂ ਕਿਸੇ ਵੀ ਤਰੀਕੇ ਦੀ ਆਪਾਂ ਨੈਗੇਟਿਵਿਟੀ 'ਚ ਨਾ ਪੈ ਕੇ, ਕਿਉਂਕਿ ਸੰਗੀਤ ਤਾਂ ਆਪਣੇ ਆਪ ਸਟ੍ਰੈਸ ਰਿਲੀਵਰ ਆ, ਸੋ ਉਹਨੂੰ ਉੱਥੇ ਤੱਕ ਹੀ ਸੀਮਿਤ ਰੱਖਿਆ ਜਾਵੇ, ਨਾ ਕਿ ਕਿਸੇ ਗਰੁੱਪਿਜ਼ਮ ਦੇ ਵਿੱਚ ਪੈ ਕੇ ਆਪਣਾ ਜਾਂ ਆਪਣੇ ਉਸ ਆਰਟਿਸਟ ਦਾ ਨਾਂ ਖਰਾਬ ਕਰਿਆ ਜਾਵੇ। ਤੇ ਇਹਨਾਂ ਦੋਨਾਂ ਦੇ ਨਾਲ ਕੰਮ ਕਰਨ ਦੀ ਅਗਰ ਗੱਲ ਕਰੀ ਜਾਵੇ ਤਾਂ ਕਰਨ ਔਜਲਾ ਵੀਰਾ ਜਿੰਨਾ ਪਿਆਰ ਦਿੰਦਾ ਹੈ ਉਨਾ ਹੀ ਪਿਆਰ ਸਿੱਧੂ ਮੂਸੇਵਾਲਾ ਵੀਰਾ ਦਿੰਦਾ, ਕਿਉਂਕਿ ਸਾਡਾ ਕੰਮ, ਅਸੀਂ ਮਿਊਜ਼ੀਸ਼ੀਅਨ ਆ, ਸਾਡਾ ਕੰਮ ਹੈ ਕਿਸੇ ਵੀ ਸੌਂਗ ਨੂੰ ਬਿਊਟੀਫਾਈ ਕਰਨਾ। ਸੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਦੋਨੋਂ ਵੀਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਕਰਨ ਔਜਲਾ ਵੀਰੇ ਦੇ ਵੀ ਮੈਂ ਕਿਆ ਬਾਤ ਹੈ, ਦੈਨ ਚਿੱਠੀਆਂ, ਦੈਨ ਹੁਣ ਇੱਕ ਨਵੇਂ ਪ੍ਰੋਜੈਕਟਸ ਆ ਰਹੇ ਆ, ਉਹਨਾਂ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਤੇ ਸਿੱਧੂ ਮੂਸੇਵਾਲਾ ਵੀਰੇ ਦੇ ਵੀ ਜਿੰਨੇ ਵੀ ਆਪਾਂ ਪ੍ਰੋਜੈਕਟ ਸੁਣੇ ਆ, ਉਹਨਾਂ ਦੀ ਜਿਹੜੀ ਫਲੂਟ ਯੂਜ਼ ਹੁੰਦੀ ਹੈ ਕਿਡ ਵੀਰੇ ਨਾਲ, ਮੈਂ ਹੀ ਨਾਲ ਉਹਨਾਂ ਦੇ ਕੰਮ ਕਰਦਾ। ਦੇ ਵਿੱਚ ਕੰਮ ਕਰ ਚੁੱਕੇ ਹੋ, ਕਿੰਨੇ ਗੀਤਾਂ ਦੇ ਵਿੱਚ ਫਲੂਟ ਹੈ ਜਿਹੜੀ ਉਹ ਤੁਸੀਂ ਵਜਾਈ ਹੈ? ਕਿਹਨਾਂ ਦੇ ਜੀ? ਸਿੱਧੂ ਮੂਸੇਵਾਲੇ। ਇਹਨਾਂ ਦੇ ਹੁਣੇ ਅਰਾਊਂਡ 10-15 ਪਲੱਸ ਹੋਣੇ ਜੀ। ਤੇ ਜਿਹੜੀ ਆ ਨਵੀਂ ਮੂਵ ਸਟੇਪ ਆਈ ਹੈ ਉਹਦੇ ਵਿੱਚ ਵੀ? ਹਾਂ ਜੀ, ਮੂਵ ਸਟੇਪ ਦੇ ਵਿੱਚ ਵੀ ਜਿਹੜਾ ਫਰਸਟ ਟਰੈਕ ਆਊਟ ਹੋਇਆ ਸੀ ਜੀ, ਤੇ ਉਹਦੇ 'ਚ ਮੇਰੇ ਅਲਗੋਜ਼ੇ ਤੇ ਮੈਂ ਫਲੂਟ ਪਲੇ ਕੀਤੀ ਹੈ। ਦੈਨ ਇਹ ਤੋਂ ਇਲਾਵਾ 3 ਸੌਂਗਸ ਹੋਰ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਹੋਣਗੇ। ਮੂਵ ਸਟੇਪ ਦੇ ਨਾਲ ਜੀ, ਮੂਵ ਸਟੇਪ ਦੇ ਵਿੱਚ ਹੀ ਰਿਲੀਜ਼ ਹੋਣਗੇ। ਗੁਰਦਾਸ ਮਾਨ ਜੀ ਦੇ ਨਾਲ ਤੁਸੀਂ ਕੰਮ ਕੀਤਾ ਹੈ? ਜੀ ਬਿਲਕੁਲ। ਬਹੁਤ ਵੱਡੇ ਕਲਾਕਾਰਾਂ ਦਾ ਤੁਸੀਂ ਨਾਮ ਲਿਆ। ਜੀ ਦਿਲਜੀਤ ਦੇ ਨਾਲ ਜੀ। ਤਾਂ ਸਭ ਤੋਂ ਮਨਪਸੰਦ ਕਿਹਦੇ ਮਨਪਸੰਦ ਹੋ, ਜਾਂ ਤੁਹਾਡਾ ਮਨਪਸੰਦ ਕੌਣ ਹੈ? ਅਗਰ ਮਨਪਸੰਦ ਦੀ ਗੱਲ ਕਰੀ ਜਾਵੇ ਕਿ ਜਿਨ੍ਹਾਂ ਕੋਲ ਬੈਠ ਕੇ ਮੈਨੂੰ ਪਰਸਨਲੀ ਸਕੂਨ, ਮਤਲਬ ਇੱਕ ਵਾਈਬ ਮਿਲੀ ਹੈ, ਇੱਕ ਸਕੂਨ ਮਿਲਿਆ, ਉਹ ਮੈਨੂੰ ਗੁਰਦਾਸ ਮਾਨ ਸਾਹਿਬ ਕੋਲ ਬੈਠ ਕੇ, ਕਿਉਂਕਿ ਮੈਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਂ ਉਹਨਾਂ ਨਾਲ ਸਟੇਜ ਵੀ ਸ਼ੇਅਰ ਕੀਤੀ ਹੈ। ਦੈਨ ਰਿਹਰਸਲ ਸੈਸ਼ਨਸ 'ਚ ਅਸੀਂ ਬੈਠਣਾ, ਅਸੀਂ ਇਕੱਠੇ ਉਹਨਾਂ ਦੇ ਘਰੇ ਰਿਹਰਸਲ ਸੈਸ਼ਨਸ ਹੁੰਦੀਆਂ ਸੀ। ਸੋ ਉਹਨਾਂ ਤੋਂ ਇੱਕ ਜਿਹੜੀ ਇੱਕ ਵਾਈਬ ਹੁੰਦੀ ਹੈ ਕਿ ਇੱਕ ਫਕੀਰ ਵਾਲੀ ਵਾਈਬ ਆ, ਮੈਨੂੰ ਉਹ ਉਹਨਾਂ ਤੋਂ ਮਤਲਬ ਮੈਨੂੰ ਆਉਂਦੀ ਹੈ। ਇੱਕ ਮੇਰੀ ਆਪਣੀ ਪਰਸਨਲ ਪਰਸੈਪਸ਼ਨ ਹੈ ਕਿ ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਉਹਨਾਂ ਦੀ ਇੱਕ ਗੱਲ, ਹਰ ਇੱਕ ਗੱਲ ਦੇ ਵਿੱਚ ਕੋਈ ਨਾ ਕੋਈ ਰਮਜ਼ ਹੈ। ਬਿਲਕੁਲ, ਹਰ ਇੱਕ ਗੱਲ 'ਚ ਕੁਛ ਨਾ ਕੁਛ ਰਮਜ਼ ਹੈ। ਠੀਕ ਹੈ, ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ, ਕਿਉਂਕਿ ਅੱਜ ਕੱਲ ਲੋਕ ਪੁੱਛਦੇ ਨੇ ਜਦੋਂ ਘਰਦਿਆਂ ਨੂੰ ਕਿ ਬੱਚਾ ਕੀ ਕੰਮ ਕਰਦਾ ਹੈ, ਤਾਂ ਜਦੋਂ ਘਰ ਦੇ ਕਹਿੰਦੇ ਹੁਣੇ ਨੇ ਬੰਸਰੀ ਵਜਾਉਂਦਾ ਹੈ, ਬੰਸਰੀ ਵਜਾਉਂਦਾ ਹੈ, ਕੀ ਫੀਡਬੈਕ ਮਿਲਦਾ ਹੈ ਲੋਕਾਂ ਦਾ? ਦੇਖੋ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਇੰਜੀਨੀਅਰਿੰਗ ਕਰ ਰਿਹਾ ਸੀ, ਤਾਂ ਮੇਰੇ ਘਰਦਿਆਂ ਨੇ ਸੋਚਿਆ ਨਹੀਂ ਸੀ, ਮੇਰੇ ਸਿੰਗਿੰਗ ਮੈਂ ਸ਼ੁਰੂ ਤੋਂ ਹੀ ਕਰਦਾ। ਮੇਰੇ ਫਾਦਰ ਸਾਹਿਬ ਸਰਦਾਰ ਕੁਲਬੀਰ ਸਿੰਘ, ਜੋ ਕਿ ਮੇਰੇ ਪਹਿਲੇ ਗੁਰੂ ਨੇ, ਜੋ ਖੁਦ ਸਿੰਗਿੰਗ ਦੇ ਨਾਲ ਤਾਲੁਕ ਰੱਖਦੇ ਨੇ, ਬਟ ਉਹ ਵੀ ਨਹੀਂ ਇੱਕ ਤਰੀਕੇ ਨਾਲ ਚਾਹੁੰਦੇ ਸੀਗੇ ਕਿ ਮਤਲਬ ਮੈਂ ਜ਼ਿਆਦਾ ਸਿੰਗਿੰਗ ਦੇ ਵਿੱਚ ਜਾਵਾਂ। ਕਿਉਂਕਿ ਉਹਨਾਂ ਨੇ ਉਤਾਰ ਚੜਾਵ ਦੇਖੇ ਨੇ। ਸੋ ਕੋਈ ਵੀ ਮਾਪਿਓ ਆਪਣੇ ਬੱਚੇ ਨੂੰ ਉਤਾਰ ਚੜਾਵ ਦੇ ਵਿੱਚ ਮਤਲਬ ਜ਼ਿਆਦਾ ਨਹੀਂ ਚਾਹੁੰਦਾ ਕਿ ਉਹ ਜ਼ਿਆਦਾ ਮਤਲਬ ਡਿੱਗੇ ਕਿਤੇ ਨਾ ਕਿਤੇ। ਉਹ ਇਹ ਚਾਹੁੰਦੇ ਨੇ ਕਿ ਉਹ ਇੱਦਾਂ ਦੀ ਕੋਈ ਪੜ੍ਹਾਈ ਕਰੇ ਜਿੱਥੋਂ ਸਟੇਬਿਲਿਟੀ ਮਿਲੇ, ਜੌਬ ਮਿਲੇ, ਤਾਂ ਕਿ ਅੱਗੇ ਉਹਦਾ ਜਿਹੜਾ ਫਿਊਚਰ ਹੈ ਉਹ ਅੱਛਾ ਹੋ ਸਕੇ, ਸਿਕਿਉਰ ਹੋ ਸਕੇ। ਕੱਲ ਨੂੰ ਵਿਆਹ ਵੀ ਕਰਾਉਣਾ ਬਿਲਕੁਲ ਜੀ, ਬਿਲਕੁਲ ਜੀ। ਕੁੜੀ ਜੇ ਪੁੱਛੇਗੀ ਕਿ ਤੁਸੀਂ ਕੀ ਕਰਦੇ ਹੋ, ਜੇ ਤੁਸੀਂ ਵੀ ਦੱਸਤਾ ਮੈਂ ਬੰਸਰੀਆਂ ਵਜਾਉਣਾ, ਬਿਲਕੁਲ। ਸੋ ਉਹ ਸਟੇਬਿਲਿਟੀ ਹੈ ਜਿਹੜੀ ਆਪਣੇ ਅੰਦਰ ਉਹ ਲਿਆਉਣੀ ਬਹੁਤ ਲਾਜ਼ਮੀ ਹੈ, ਬਹੁਤ ਲਾਜ਼ਮੀ। ਸੋ ਮੈਂ ਖੁਸ਼ਕਿਸਮਤ ਸਮਝਦਾ ਮਾਲਿਕ ਦਾ ਕਿ ਉਹਨਾਂ ਨੇ ਬਾਂਹ ਫੜੀ ਆ ਹਰ ਇੱਕ ਮੋੜ ਤੇ ਮੈਂ ਹਰ ਇੱਕ ਚੁਣੌਤੀ ਨੂੰ ਮਤਲਬ ਮਾਲਕ ਦੀ ਦਇਆ ਦੇ ਨਾਲ ਮੈਂ ਪਾਰ ਕਰਦਾ ਗਿਆ, ਤੇ ਇੱਕ ਸਟੇਬਿਲਿਟੀ ਜ਼ੋਨ ਉਹਨਾਂ ਨੂੰ ਮੈਂ ਕਰਕੇ ਦਿਖਾਇਆ ਕਿ ਮੈਂ ਸਟੇਬਲ ਵੀ ਹੋ ਸਕਦਾ ਹਾਂ, ਹੈਨਾ। ਸਭ ਤੋਂ ਵਧੀਆ ਕਮੈਂਟ ਕਹਿ ਸਕਦੇ ਆ, ਕਹਿ ਲਓ ਕੰਪਲੀਮੈਂਟ ਉਹਨੂੰ ਆਪਾਂ ਕਵਾਂਗੇ, ਜਦੋਂ ਤੁਹਾਡੀ ਫਲੂਟ ਨੂੰ ਸੁਣਿਆ ਹੈ, ਅਲਗੋਜ਼ੇ ਨੂੰ ਸੁਣਿਆ ਹੈ, ਉਸ ਗੀਤ ਦੇ ਵਿੱਚ ਵਰਤਿਆ ਉਸ ਆਰਟਿਸਟ ਨੇ, ਉਸ ਕਲਾਕਾਰ ਨੇ, ਗਾਇਕ ਨੇ, ਤਾਂ ਸਭ ਤੋਂ ਸੋਹਣਾ ਕੰਪਲੀਮੈਂਟ ਕਿਹਦੇ ਤੋਂ ਮਿਲਿਆ ਸੀ ਤੇ ਕੀ ਮਿਲਿਆ ਸੀ? ਮੈਨੂੰ ਮੇਰੇ ਮਦਰ ਬਲਜਿੰਦਰ ਕੌਰ ਜੀ, ਇਹ ਮਤਲਬ ਉਹ ਜ਼ਿਆਦਾ ਮਤਲਬ
ਇਸ ਚੀਜ਼ ਤੋਂ ਮਤਲਬ ਨਹੀਂ ਚਾਹੁੰਦੇ ਸੀ ਕਿ ਮੈਂ ਜ਼ਿਆਦਾ ਕਿਉਂਕਿ ਉਹੀ ਗੱਲ ਆ ਗਈ ਕਿ ਸਟੇਬਿਲਿਟੀ ਦੀ। ਬਟ ਜਦੋਂ ਉਹਨਾਂ ਤੋਂ ਮੈਨੂੰ ਕੰਪਲੀਮੈਂਟ ਮਿਲਿਆ ਕਿ ਪੁੱਤਰ ਅੰਮ੍ਰਿਤਮਾਨ ਭਾਈ ਦਾ ਹੁਣ ਆਇਆ ਸੀ ਗਾਣਾ, ਮਾਂ ਗਾਣਾ ਆਇਆ ਸੀ, ਤੇ ਉਹ ਜਦੋਂ ਉਹਨਾਂ ਨੇ ਫਲੂਟ ਸੁਣੀ ਤੇ ਉਹ ਬਹੁਤ ਇਮੋਸ਼ਨਲ ਹੋਏ ਤੇ ਉਹਨਾਂ ਨੇ ਕਿਹਾ ਜੀ। ਸੋ ਮੇਰੇ ਲਈ ਉਹ ਜਿਹੜਾ ਸਭ ਤੋਂ ਬੜਾ ਕੰਪਲੀਮੈਂਟ ਉਹੀ ਹੈ ਕਿ ਉਹਨਾਂ ਦੀ ਇੱਕ ਜਿਹੜੀ ਇੱਕ ਐਕਸੈਪਟੈਂਸ ਮੇਰੇ ਲਈ ਦੇਖ ਕੇ। ਸੋ ਹੁਣ ਅਗਰ ਮੈਂ ਆਪਣੀ ਫੈਮਿਲੀ ਦੀ ਗੱਲ ਕਰਾਂ ਤਾਂ ਮੇਰੀ ਪੂਰੀ ਫੈਮਿਲੀ ਮੈਨੂੰ ਉਸ ਚੀਜ਼ ਦੇ ਵਿੱਚ ਮਤਲਬ ਬਿਲਕੁਲ ਮੈਨੂੰ ਮਤਲਬ ਮੋਟੀਵੇਟ ਕਰਦੀ ਆ। ਕੋਈ ਕਿਸੇ ਪ੍ਰਕਾਰ ਦੀ ਕੋਈ ਉਹ ਚੀਜ਼ ਨਹੀਂ ਹੈਗੀ। ਸ਼ੁਰੂ 'ਚ ਵੀ ਮੈਨੂੰ ਘਰੋਂ ਬੇਸ਼ੱਕ ਇੱਕ ਨਾ ਨੁੱਕੜ ਸੀਗੀ, ਬਟ ਮੈਂ ਜੋ ਵੀ ਇੰਸਟਰੂਮੈਂਟ ਲੈਣੇ ਹੁੰਦੇ ਸੀ ਮੈਨੂੰ ਕਦੇ ਮਨਾ ਅੰਦਰ ਹੀ ਇੰਨਾ ਸੋਹਣਾ ਸਟੂਡੀਓ ਬਣਾਇਆ ਹੋਇਆ ਜੀ, ਮੈਨੂੰ ਕਦੇ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ। ਦੇ ਵਰ ਲਾਈਕ ਕਿ ਤੂੰ ਪੜ੍ਹਾਈ ਕਰ, ਨਾਲ ਦੀ ਨਾਲੇ ਕਰੀ ਜਾ। ਤੇ ਮੈਂ ਖੁਸ਼ਕਿਸਮਤ ਆ ਕਿ ਮੈਂ ਇੰਜੀਨੀਅਰਿੰਗ ਆਪਣੀ ਕੰਪਲੀਟ ਕੀਤੀ, ਮਾਸਟਰਸ ਵੀ ਮੈਂ ਕੀਤੀ, ਬਟ ਨਾਲ ਦੀ ਨਾਲ ਮੈਂ ਜਦੋਂ ਇੱਧਰ ਸਟੇਬਿਲਿਟੀ ਜ਼ਿਆਦਾ ਮੈਂ ਮਤਲਬ ਦੇਖੀ, ਦੈਨ ਆਈ ਥਾਟ ਕਿ ਇਟਸ ਬੈਟਰ ਟੂ ਸ਼ਿਫਟ ਇਨਟੂ ਦਿਸ ਪ੍ਰੋਫੈਸ਼ਨ। ਤੇ ਕਿਹੜੇ ਗਾਇਕ ਨੇ ਸਭ ਤੋਂ ਸੋਹਣਾ ਕੰਪਲੀਮੈਂਟ ਦਿੱਤਾ ਸੀ? ਸਭ ਤੋਂ ਸੋਹਣੇ ਕੰਪਲੀਮੈਂਟ ਤਾਂ ਐਕਚੁਅਲੀ ਸਾਰੇ ਵੀਰਿਆਂ ਨੇ ਹੀ, ਮਤਲਬ ਜਿਵੇਂ ਆਲਮੋਸਟ ਸਾਰੇ ਵੀਰੇ, ਜਿਵੇਂ ਕਈ ਵੀਰੇ ਕਹਿੰਦੇ ਨੇ ਕਿ ਵੀਰੇ ਜਾਨ ਪਾਤੀ, ਜਿਵੇਂ ਬਾਅਦ ਚ ਵੀ ਆਂਦਾ ਵੀਰੇ ਬਸ ਮੈਂ ਕੁਛ ਰਿਹਾ ਨਹੀਂ ਕਹਿਣ ਨੂੰ, ਹਨਾ, ਮਤਲਬ ਇਦਾਂ ਦੇ ਕਮੈਂਟਸ ਨੇ। ਤੇ ਜਿਵੇਂ ਮੂਸੇਵਾਲਾ ਵੀਰੇ ਨੇ ਜਦੋਂ ਆ ਮੂਸਟੇਪ ਦਾ ਅਸੀਂ ਫਸਟ ਸੌਂਗ ਕੀਤਾ, ਵੀਰੇ ਸਿੱਕ ਆ, ਜਿਵੇਂ ਉਧਰ ਦੀ ਭਾਸ਼ਾ ਬੋਲਦੇ ਨੇ ਕੈਨੇਡੀਅਨ, ਵੀਰੇ ਸਿੱਕ ਆ ਡਾਰਲਿੰਗ, ਜਮਾਂ ਹੀ ਬਸ ਐਂਡ ਕਰਾਤੀ। ਸੋ ਇਹ ਚੀਜ਼ਾਂ ਸੁਣ ਕੇ ਹੋਰ ਇੱਕ ਮਤਲਬ ਆਪਣੇ ਅੰਦਰ ਪ੍ਰੋਤਸਾਹਨ ਆਉਂਦਾ ਕਿ ਹੋਰ ਵਧੀਆ ਕਰਨਾ, ਚੀਜ਼ਾਂ ਨੂੰ ਹੋਰ ਐਨਹਾਂਸ ਕਰਨਾ। ਤੇ ਕਿਹਦੇ ਨਾਲ ਕੰਮ ਕਰਨ ਦੀ ਇੱਛਾ ਹੈਗੀ ਹੈ ਕਿ ਇਹਨਾਂ ਨਾਲ ਰਹਿ ਗਿਆ? ਸਤਿੰਦਰ ਸਰਤਾਜ ਜੀ ਨਾਲ ਕੰਮ ਕਰ ਚੁੱਕੇ? ਜੀ ਬਿਲਕੁਲ ਮੇਰੀ ਪਰਸਨਲ ਇੱਕ ਉਮੀਦ ਆ, ਇੱਕ ਆਸ ਹੈ ਮੇਰੇ ਅੰਦਰ ਕਿ ਮਾਲਕ ਸ਼ਾਇਦ ਉਹ ਵੀ ਪੂਰਾ ਕਰਨਗੇ। ਮੈਂ ਉਹਨਾਂ ਨਾਲ ਲਾਈਵ ਪਲੇ ਕਰਨਾ ਚਾਹੁੰਦਾ। ਮੈਂ ਸਤਿੰਦਰ ਸਰਤਾਜ ਜੀ ਨਾਲ ਅਗਰ ਮੌਕਾ ਮਿਲੇ ਤਾਂ ਮੈਂ ਜ਼ਰੂਰ ਉਹਨਾਂ ਨਾਲ ਲਾਈਵ ਜ਼ਰੂਰ ਮੈਂ ਸਟੇਜ ਸ਼ੇਅਰ ਕਰਨੀ ਪਸੰਦ। ਅਸੀਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਸਤਿੰਦਰ ਸਰਤਾਜ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਦੇਖਣ ਤਾਂ ਜ਼ਰੂਰ ਤੁਹਾਨੂੰ ਸਟੇਜ ਤੇ ਲਾਈਵ ਕਿਹਦੇ ਨਾਲ ਪਰਫਾਰਮ ਕੀਤਾ ਹੋਇਆ ਹੈ? ਫਲੂਟ ਵਜਾਈ ਹੈ ਜਾਂ ਅਲਗੋਜ਼ਾ ਵਜਾਇਆ? ਮੈਂ ਲਾਈਵ ਗੁਰਦਾਸ ਮਾਨ ਸਾਹਿਬ ਜੀ ਨਾਲ ਮੈਂ ਲਾਈਵ ਕਰਦਾ, ਦੈਨ ਬੀ ਪ੍ਰਾਗ ਭਾਜੀ ਨਾਲ ਮੈਂ ਲਾਈਵ ਕੀਤਾ ਹੋਇਆ, ਹਾਰਡੀ ਸੰਧੂ ਭਾਜੀ ਨਾਲ ਮੈਂ ਲਾਈਵ ਕੀਤਾ ਹੋਇਆ, ਦੈਨ ਅੰਕਿਤ ਤਿਵਾਰੀ ਇੱਕ ਬਾਲੀਵੁੱਡ ਸਿੰਗਰ ਨੇ ਜਿਨ੍ਹਾਂ ਦਾ ਗਲੀਆਂ ਤੇਰੀ ਗਲੀਆਂ ਗਾਣਾ ਆਇਆ ਸੀ, ਉਹਨਾਂ ਦੇ ਨਾਲ ਲਾਈਵ ਮੈਂ ਸਟੇਜ ਸ਼ੇਅਰ ਕੀਤੀ ਹੋਈ ਆ। ਤੇ ਬਾਕੀ ਮੇਰਾ ਆਪਣਾ ਬੈਂਡ ਹੈ ਫੌਲਾਦੀ ਇੰਡੀਅਨਸ ਕਰਕੇ, ਅਸੀਂ ਚੰਡੀਗੜ੍ਹ ਆਪਣਾ ਆਲ ਓਵਰ ਇੰਡੀਆ ਅਸੀਂ ਪਰਫਾਰਮ ਕਰਦੇ ਹਾਂ। ਸਾਡਾ ਬੈਂਡ ਹੈ 6 ਪੀਸ ਬੈਂਡ ਹੈ ਤੇ ਮਤਲਬ ਇਸ ਤਰੀਕੇ ਨਾਲ ਮੈਂ ਮਿਊਜ਼ੀਕਲੀ ਕਨੈਕਟਡ ਹਾਂ ਸਾਰਿਆਂ ਦੇ ਨਾਲ। ਕਿਹੜੀ ਧੁਨ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਦਿਲ ਦੇ ਕਰੀਬ ਹੈ? ਉਹ ਅਸੀਂ ਸੁਣਨਾ ਵੀ ਚਾਹਾਂਗੇ ਜੀ, ਜ਼ਰੂਰ ਪਲੇ ਕਰੋ ਜ਼ਰੂਰ ਕਿਉਂਕਿ ਅਸੀਂ ਦਰਸ਼ਕਾਂ ਨੂੰ ਨਾਲ ਦਿਖਾਣਾ ਵੀ ਹੈ ਤੁਹਾਡੀ ਕਲਾ ਜਿਹੜੀ ਅਸੀਂ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਣੀ ਹੈ। ਤਾਂ ਪਿੱਛੇ ਤੁਸੀਂ ਦੇਖੋ ਇਹ ਜੋ ਸਾਜ਼ਾਂ ਦੇ ਨਾਲ ਪਿਆਰ ਹੈ, ਕਿੰਨੀ ਸੋਹਣੀ ਤਰ੍ਹਾਂ ਇਹਨਾਂ ਨੂੰ ਅਰੇਂਜ ਕਰਕੇ ਰੱਖਿਆ ਹੋਇਆ ਹੈ। ਜੋ ਫਲੂਟਸ ਤੁਸੀਂ ਦੇਖ ਰਹੇ ਹੋ ਇਹ ਅਲਗੋਜ਼ੇ ਪਏ ਹੋਏ ਨੇ, ਬੜੇ ਰੇਅਰ ਅਲਗੋਜ਼ੇ ਨੇ, ਮੇਰੇ ਖਿਆਲ ਰਾਜਸਥਾਨ ਸਾਈਡ, ਪਾਕਿਸਤਾਨ ਵਾਲੀ ਸਾਈਡ ਇਹਨਾਂ ਦੀ ਵਰਤੋਂ ਬਿਲਕੁਲ ਪੰਜਾਬ ਚ ਹੋਰ ਕਿਤੇ ਨਹੀਂ ਦੇਖੇ ਤੁਸੀਂ ਇਹ ਅਲਗੋਜ਼ੇ। ਜੋ ਇਹ ਅਸਲ ਦੇ ਵਿੱਚ ਜਿਹੜੀ ਫਲੂਟ ਹੁੰਦੀ ਹੈ ਉਹ ਇਹ ਫਲੂਟ ਹੁੰਦੀ ਹੈ, ਹਨਾ ਜੀ। ਉਹ ਤੋਂ ਬਾਅਦ ਜਿਹੜੇ ਆਪਣੇ ਪੰਜਾਬੀ ਅਲਗੋਜ਼ੇ ਨੇ, ਪੰਜਾਬੀ ਅਲਗੋਜ਼ੇ ਆਪਣੇ, ਇਹ ਪੰਜਾਬੀ ਅਲਗੋਜ਼ਾ ਆਪਣਾ, ਹਨਾ ਜੀ। ਮੈਂ ਦਰਸ਼ਕਾਂ ਨੂੰ ਇਹਦਾ ਡਿਫਰੈਂਸ ਵੀ ਮੈਂ ਸਮਝਾਉਣਾ ਚਾਹੂੰਗਾ, ਉਹਦੇ ਨਾਲ ਥੋੜਾ ਜਿਹਾ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝ ਆ ਜਾਏਗੀ ਚੀਜ਼। ਇਹ ਇਨਸਟਰੂਮੈਂਟ ਹੈ ਆਪਣਾ, ਹਨਾ, ਇਹ ਫਲੂਟ ਹੈ। ਇਹ ਫਲੂਟ ਦੇ ਵਿੱਚ ਆਪਾਂ ਕੁਝ ਵੀ ਵਜਾਉਂਦੇ ਹਾਂ, ਆਪਾਂ ਸਾਹ ਲੈਂਦੇ ਹਾਂ। ਆਪਾਂ ਕੁਝ ਵੀ ਵਜਾਉਂਦੇ ਆ ਤੇ ਆਪਾਂ ਫਲੂਟ ਦੇ ਨਾਲ ਆਪਾਂ ਫਲੂਟ 'ਚ ਐਦਾਂ ਵਜਾਉਂਦੇ ਆ। ਉਹ ਤੋਂ ਬਾਅਦ ਅਲਗੋਜ਼ੇ ਆ ਜਾਂਦੇ ਆ। ਅਲਗੋਜ਼ੇ ਦੇ ਵਿੱਚ ਕੀ ਆ, ਸੇਮ ਉਹੀ ਚੀਜ਼ ਆ, ਸੇਮ ਉੱਦਾਂ ਹੀ ਹੋਲਸ ਹੁੰਦੀਆਂ ਨੇ, ਜਸਟ ਇਹ ਸਟ੍ਰੇਟ ਹੁੰਦੀ ਆ, ਇਹਨੂੰ ਆਪਾਂ ਸਟ੍ਰੇਟ ਵਜਾਉਂਦੇ ਆ। ਪਰ ਜਿਹੜੀ ਅਲਗੋਜ਼ੇ ਦੀ ਖਾਸੀਅਤ ਇਹ ਹੈ ਕਿ ਇਹ ਦੋ ਫਲੂਟਸ, ਡਬਲ ਫਲੂਟ, ਗੋਰੇ ਲੋਕ ਇਹਨੂੰ ਡਬਲ ਫਲੂਟਸ ਕਹਿੰਦੇ ਆ। ਇਹਨੂੰ ਆਪਾਂ ਇਹਨੂੰ ਐਜ਼ ਏ ਡਬਲ ਫਲੂਟ ਹੀ ਵਜਾਉਂਦੇ ਆ, ਸਿੰਗਲ ਨਹੀਂ ਵਜਾਉਂਦੇ। ਪਰ ਇਹਦੀ USP ਕੀ ਹੈ ਜਿਹੜੀ ਸਾਨੂੰ ਪੰਜਾਬੀਆਂ ਨੂੰ ਸਭ ਤੋਂ ਅਲੱਗ ਕਰਦੀ ਹੈ ਕਿ ਇਹ ਸਰਕੂਲਰ ਬਰੀਥਿੰਗ ਨਾਲ ਪਰਫਾਰਮ ਹੁੰਦਾ ਹੈ। ਆਪਾਂ ਦੂਜੀ ਫਲੂਟ ਵਜਾਉਂਦੇ ਹਾਂ, ਹੋਰ ਵੀ ਕੋਈ ਫਲੂਟਸ ਨੇ ਮੇਰੇ ਕੋਲ ਜਿਹੜੀਆਂ ਆਊਟ ਆਫ ਇੰਡੀਆ, ਦੈਨ ਉਹ ਆਪਾਂ ਪਲੇ ਕਰਦੇ ਹਾਂ, ਸਾਹ ਲੈਂਦੇ ਹਾਂ, ਆਪਾਂ ਵਜਾਉਂਦੇ ਹਾਂ ਇੱਦਾਂ। ਬਟ ਇਹਦੇ 'ਚ ਕੀ ਆ, ਆਪਾਂ ਸਾਹ ਲੈਣਾ ਤੇ ਛੱਡਣਾ ਐਟ ਦ ਸੇਮ ਟਾਈਮ, ਇਹਨੂੰ ਸਰਕੂਲਰ ਬਰੀਥਿੰਗ ਪ੍ਰੋਸੈਸ ਕਹਿੰਦੇ ਆ। ਹੁਣ ਇਹ ਪ੍ਰੋਸੈਸ ਹੈ। ਹੁਣ ਇਹ ਫਲੂਟ ਹੋ ਗਈ, ਮੈਂ ਤਾਂ ਜਿਵੇਂ ਦੱਸੀ ਆਪਾਂ ਸਾਹ ਲੈਂਦੇ ਹਾਂ, ਵਜਾਉਂਦੇ ਹਾਂ। ਇਹ ਅਲਗੋਜ਼ਾ ਹੋ ਗਿਆ ਸਰਕੂਲਰ ਬਰੀਥਿੰਗ। ਇਹਨਾਂ ਦੋਨਾਂ ਦਾ ਮਿਕਸਚਰ ਕਰਕੇ ਜਿਹੜਾ ਇਹ ਪਰਟੀਕੂਲਰ ਸਾਜ਼ ਹੈ, ਇਹ ਬਣਾਉਣ ਵਾਲੇ ਜਿਹੜੇ ਗੁਰੂ ਜਨਾਂ ਨੇ ਇਹਨੂੰ ਤਿਆਰ ਕੀਤਾ। ਇਹਦੇ 'ਚ ਕੀ ਆ, ਸੇਮ ਅਲਗੋਜ਼ੇ ਦੀ ਤਰ੍ਹਾਂ ਹੀ
ਆਪਾਂ ਨੇ ਕੁੱਲ ਸਵਰ ਨੇ ਵਜਾਉਣ ਲਈ, ਪਰ ਇਹਦੇ 'ਚ ਕੀ ਹੈ ਕਿ ਇਹਦੇ 'ਚ ਆਪਾਂ ਨੂੰ ਕੰਪਲੀਟ ਆਕਟੇਵਸ ਮਿਲਦੇ ਨੇ ਜਿਵੇਂ ਫਲੂਟ ਦੇ ਵਿੱਚ ਹੁੰਦੇ ਨੇ। ਇਹਦੀ ਇਹ ਖਾਸੀਅਤ ਹੈ। ਇਹਨੂੰ ਡਰੋਨ ਕਹਿੰਦੇ ਆ। ਇਹ ਸਿੰਗਲ ਡਰੋਨ ਬੈਕਿੰਗ 'ਚ ਵੱਜਦੀ ਆ। ਇਹ ਸਾਚ ਹੈ ਇਸ ਅਲਗੋਜ਼ੇ ਬਾਰੇ, ਕਿਉਂਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਇਹ ਸੇਮ ਪਾਕਿਸਤਾਨੀ ਅਲਗੋਜ਼ਾ ਜਾਂ ਰਾਜਸਥਾਨ ਇਹ ਵੀ ਸੇਮ ਉਹੀ ਚੀਜ਼ ਹੈ ਜਿਹੜੀ ਆਪਾਂ ਉਧਰ ਵਜਾਈ ਹੈ ਜੀ। ਬਿਲਕੁਲ ਸੇਮ ਉਹੀ ਚੀਜ਼ ਹੈ। ਅਸੀਂ ਅਕਸਰ ਗੱਲਾਂ ਕਰਦੇ ਹੁੰਦੇ ਸੀ ਕਿ ਜਿਹੜੇ ਸਾਜ਼ ਨੇ ਇਹ ਅਲੋਪ ਹੋ ਰਹੇ ਨੇ, ਪਰ ਅਸੀਂ ਬਹੁਤ ਗਲਤ ਆ ਇਸ ਮਾਮਲੇ ਦੇ ਵਿੱਚ ਕਿ ਬਹੁਤ ਗੀਤਾਂ ਦੇ ਵਿੱਚ ਬਿਨਾਂ ਫਲੂਟ ਤੋਂ ਬਿਨਾਂ ਅਲਗੋਜ਼ੇ ਤੋਂ ਮੈਨੂੰ ਲੱਗਦਾ ਜਾਨ ਹੀ ਨਹੀਂ ਪੈਂਦੀ ਹੈ ਨਾ। ਜੀ ਐਕਚੁਅਲੀ ਕੀ ਹੈ, ਹਰ ਇੱਕ ਚੀਜ਼ ਦਾ ਦੌਰ ਆਉਂਦਾ, ਹਰ ਇੱਕ ਚੀਜ਼ ਦਾ। ਜਿਵੇਂ ਇੱਕ ਸਮਾਂ ਸੀ 90s ਦੇ ਵਿੱਚ ਕੁਝ ਹੋਰ 뮤직 ਸੀਗਾ, ਹੁਣ 뮤직 ਕੁਝ ਹੋਰ ਹੋ ਚੁੱਕਿਆ ਹੈ। ਪਹਿਲੋਂ ਫਲੂਟ ਹਰੇਕ ਗਾਣੇ ਦੀ ਸ਼ਾਨ ਹੁੰਦੀ ਸੀ। ਅਲਗੋਜ਼ਾ ਅਗਰ ਮੈਂ ਪੰਜਾਬੀ 뮤직 ਦੀ ਗੱਲ ਕਰਾਂ, ਹਰੇਕ ਗਾਣੇ ਦੀ ਸ਼ਾਨ ਹੁੰਦਾ ਸੀ। ਪਰ ਹੁਣ ਜਿਵੇਂ ਜਿਵੇਂ ਇਲੈਕਟ੍ਰੋਨਿਕ 뮤직 ਨੇ ਮਤਲਬ ਓਵਰਪਾਵਰ ਕਰਤਾ ਸਾਰੀ ਚੀਜ਼ਾਂ ਨੂੰ, ਬਟ ਕਿਤੇ ਨਾ ਕਿਤੇ ਜਿਹੜੇ ਅਕੂਸਟਿਕ ਇੰਸਟਰੂਮੈਂਟ, ਜਿਵੇਂ ਫਲੂਟ ਦੀ ਅਗਰ ਮੈਂ ਗੱਲ ਕਰਾਂ, ਕਿਉਂਕਿ ਮੈਂ ਫਲੂਟ ਨਾਲ ਤਾਲੁਕ ਰੱਖਦਾ, ਤਾਂ ਫਲੂਟ ਨਿਕਲ ਕੇ ਆਈ ਹੈ ਤੇ ਮੈਂ ਉਹਦੇ 'ਚ ਮੈਂ ਇੱਕ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਜਿਹੜੇ ਸਾਡੇ ਸੀਨੀਅਰਸ ਨੇ ਜੋ ਸਾਡੇ ਤੋਂ ਪਹਿਲਾਂ ਵਜਾਇਆ, ਜਿਨ੍ਹਾਂ ਨੇ ਇਸ ਚੀਜ਼ ਨੂੰ ਮੁੜ ਕੇ ਸੁਰਜੀਵ ਕੀਤਾ ਹੈ ਕਿ ਇਹ ਦੁਬਾਰਾ ਗੀਤਾਂ ਦੇ ਵਿੱਚ ਮਤਲਬ ਥੋੜੇ ਸਮੇਂ ਲਈ ਅਲੋਪ ਹੋਏ ਸੀ। ਜੀ ਬਿਲਕੁਲ, ਕਿਉਂਕਿ ਇਲੈਕਟ੍ਰੋਨਿਕ ਮੀਡੀਆ ਆ ਗਿਆ। ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਕੀ ਹੈ ਕਿ ਆਪਣੇ ਕੋਲ ਹਰੇਕ ਇੰਸਟਰੂਮੈਂਟ ਦੀ ਮਿਡੀ ਆ ਚੁੱਕੀ ਹੈ, ਹਰੇਕ ਇੰਸਟਰੂਮੈਂਟ ਦਾ ਇੱਕ VST ਆ ਚੁੱਕਿਆ ਹੈ। ਮਤਲਬ ਸਾਨੂੰ ਆਰਟਿਸਟ ਨੂੰ ਬੁਲਾਉਣ ਦੀ ਲੋੜ ਨਹੀਂ, ਆਪਾਂ ਕੰਪਿਊਟਰ ਦੇ ਵਿੱਚ ਲੈਪਟਾਪ ਤੇ ਪ੍ਰੋਡਿਊਸ ਕਰਦੇ 뮤직 ਕੀਬੋਰਡ ਦੇ ਨਾਲ ਹੀ ਸਰੰਗੀ ਵਜਾ ਸਕਦੇ ਹਾਂ, ਕੀਬੋਰਡ ਦੇ ਨਾਲ ਹੀ ਫਲੂਟ, ਕੀਬੋਰਡ ਦੇ ਨਾਲ ਹੀ ਢੋਲਕ ਵਜਾ ਦਿਓ। ਪਰ ਅਕੂਸਟਿਕ ਇੰਸਟਰੂਮੈਂਟ ਦੀ ਆਪਣੀ ਥਾਂ ਹੈ, ਪਰ ਉਹ ਕਿਤੇ ਨਾ ਕਿਤੇ ਜਦੋਂ ਬੰਦੇ ਕੋਲ ਇੱਕ ਸੈਕੰਡ ਆਪਸ਼ਨ ਆ ਜਾਂਦੀ ਹੈ ਤਾਂ ਹਰ ਇੱਕ ਮਤਲਬ ਆਪਾਂ ਕਹਿ ਦੋ ਕਿ ਅਕੂਸਟਿਕ ਇੰਸਟਰੂਮੈਂਟ ਲਈ ਨਹੀਂ ਜਾਂਦਾ। ਜਿਹੜੀ ਫਲੂਟ ਹੁੰਦੀ ਹੈ, ਅਲਗੋਜ਼ੇ ਹੁੰਦੇ ਨੇ, ਬੜਾ ਠਹਿਰਾਵ ਵਾਲਾ ਜਿਹੜਾ ਕੋਈ ਗੀਤ ਹੁੰਦਾ ਹੈ, ਲੋਕ ਗੀਤ ਹੁੰਦੇ ਨੇ, ਉਹਨਾਂ ਦੇ ਵਿੱਚ ਵਰਤੋਂ ਹੁੰਦੀ ਸੀ। ਪਰ ਜਿਨ੍ਹਾਂ ਕਲਾਕਾਰਾਂ ਦੇ ਤੁਸੀਂ ਨਾਮ ਲੈ ਰਹੇ ਹੋ, ਮਾਰ ਧਾੜ ਵਾਲੇ ਗੀਤ ਹੁੰਦੇ ਨੇ ਨਾ, ਤਾਂ ਉਹਨਾਂ ਗੀਤਾਂ ਦੇ ਵਿੱਚ ਵੀ ਫਲੂਟ ਵੱਜ ਰਹੀ ਹੈ, ਤਾਂ ਇਹ ਕੰਬੀਨੇਸ਼ਨ ਕਿਵੇਂ ਸੈੱਟ ਹੋਇਆ? ਇਹ ਕੰਬੀਨੇਸ਼ਨ ਐਦਾਂ ਹੈ ਜੀ, ਹਰ ਇੱਕ ਚੀਜ਼ ਹੈ ਜੀ ਪ੍ਰਕਿਰਤੀ ਦੇ ਵਿੱਚ ਨਾ, ਉਹਦਾ ਇੱਕ ਪ੍ਰੋ ਹੈ, ਉਹਦਾ ਇੱਕ ਕੌਨ ਹੈ। ਇਹ ਹੈਗਾ ਹੈ, ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਹਿੰਦੇ ਆ ਕਿ ਫਲਾਣਾ ਬੰਦਾ ਬਹੁਤ ਸ਼ਾਂਤ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਹਮੇਸ਼ਾ ਹੀ ਸ਼ਾਂਤ ਹੈ। ਕਿਤੇ ਨਾ ਕਿਤੇ ਉਹਦੀ ਜਦੋਂ ਕਹਿੰਦੇ ਨੇ ਕਿ ਮੈਲਟਿੰਗ ਪਾਵਰ ਜਦੋਂ ਆਉਂਦੀ ਹੈ ਨਾ, ਫਿਰ ਉਹ ਬਰਸਟ ਆਊਟ ਹੁੰਦਾ ਹੈ। ਤਾਂ ਸੇਮ ਉਦਾਂ ਹੀ ਹਰ ਇੱਕ ਇੰਸਟਰੂਮੈਂਟ ਹੈ। ਹੁਣ ਫਲੂਟ ਨਜ਼ਾਕਤ ਵਾਲਾ ਇੰਸਟਰੂਮੈਂਟ ਹੈ, ਬਿਲਕੁਲ ਨਜ਼ਾਕਤ ਵਾਲਾ, ਪਰ ਉਹਨੂੰ ਵਜਾਉਣ ਦੇ ਤਰੀਕੇ ਦੇ ਨਾਲ ਉਹ ਜਿੰਨੇ ਵੀ ਗਾਣਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਯੂਜ਼ ਹੁੰਦਾ ਹੈ। ਜਿਵੇਂ ਕਿ ਹੁਣ ਆਪਾਂ ਯੂਜ਼ ਕਰਦੇ ਹਾਂ ਹੁਣ ਇਹ ਚੀਜ਼ ਹੈ, ਇੱਕ ਪਿਆਰ ਨਜ਼ਾਕਤ ਹੈ ਨਾ। ਇਸ ਜੈਸਚਰ ਨਾਲ ਇਹਨੂੰ ਆਪਾਂ ਉਹ ਸੌਂਗਸ ਦੇ ਵਿੱਚ ਯੂਜ਼ ਕਰਦੇ ਹਾਂ। ਇੰਨੀਆਂ ਸਾਰੀਆਂ ਕਿਉਂ ਰੱਖੀਆਂ ਹੋਈਆਂ ਨੇ, ਕਿ ਡਿਫਰੈਂਸ ਹੈ ਵਿੱਚ? ਇਹ ਨੋਟਸ ਹੁੰਦੇ ਨੇ, ਜਿਵੇਂ ਆਪਣੇ ਮਿਊਜ਼ੀਕਲ ਨੋਟਸ ਹੁੰਦੇ ਨੇ, ਆਪਾਂ ਕਹਿਣ ਨੂੰ ਕਹਿੰਦੇ ਆ 7 ਸੁਰ ਹੈ, ਬਟ ਅਸਲ 'ਚ ਟੋਟਲ 12 ਸੁਰ ਹੁੰਦੇ ਨੇ, ਤੇ 12 ਸੁਰ ਤੇ 3 ਆਪਣੇ ਆਕਟੇਵਸ ਹੁੰਦੇ ਨੇ, ਲੋ, ਮਿਡ, ਹਾਈ, ਹੈ ਨਾ। ਤੇ ਉੱਦਾਂ ਆਪਾਂ ਨੂੰ ਸਾਰੀਆਂ ਰੱਖਣੀ ਪੈਂਦੀਆਂ। ਬੀਇੰਗ ਫਲੂਟ ਪਲੇਅਰ, ਇਹ ਸਾਡੇ ਕੋਲ ਸਾਡੀ ਤੁਸੀਂ ਖੁਸ਼ਕਿਸਮਤੀ ਲਗਾ ਲਓ ਜਾਂ ਕੁਝ ਹੋਰ ਲਗਾ ਲਓ, ਹੋਰ ਕਿਸੇ ਵੀ ਇੰਸਟਰੂਮੈਂਟ ਪਲੇਅਰ ਦੇ ਕੋਲ ਇੰਨੀ ਵੈਰਾਈਟੀ ਨਹੀਂ ਹੁੰਦੀ। ਜਿਵੇਂ ਗਿਟਾਰਿਸਟ ਨੇ, ਉਹਨਾਂ ਕੋਲ ਗਿਟਾਰ ਹੁੰਦੀ ਹੈ, ਉਹਦੇ ਵਿੱਚ ਹੀ ਉਹਨਾਂ ਨੂੰ ਪੂਰਾ ਕੰਪਲੀਟ
ਸਟਰਕਚਰ ਬਜਾਣਾ ਪੈਂਦਾ ਹੈ, ਦੈਨ ਸਾਰੰਗੀ ਪਲੇਅਰ, ਦੈਨ ਐਨੀ ਅਦਰ ਇਨਸਟਰੂਮੈਂਟ, ਵਾਇਲਨ ਵੀ ਲਗਾ ਲਓ, ਮਤਲਬ ਮੁਸ਼ਕਿਲ ਇਨਸਟਰੂਮੈਂਟ ਮੰਨਿਆ ਜਾਂਦਾ। ਸੋ ਬੀਇੰਗ ਫਲੂਟ ਪਲੇਅਰ ਇਹ ਸਾਡੇ ਕੋਲ ਇੱਕ ਪਲੱਸ ਪੁਆਇੰਟ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਹਰੇਕ ਸਕੇਲ ਅਵੇਲੇਬਲ ਹੁੰਦਾ ਹੈ। ਹੁਣ ਤੱਕ ਤਾਂ ਜਿੰਨੇ ਵੀ ਫਲੂਟ ਪਲੇਅਰਸ ਨੇ ਉਹਨਾਂ ਦੇ ਕੋਲ ਇੱਕ ਥੈਲਾ ਹੁੰਦਾ ਸੀ, ਥੈਲੇ ਦੇ ਵਿੱਚੋਂ ਛਾਂਟ ਕੇ ਉਹ ਫਲੂਟ ਲੱਭਦੇ ਹੁੰਦੇ ਸੀ। ਇਸ ਤਰ੍ਹਾਂ ਇੰਨੀ ਖੂਬਸੂਰਤੀ ਦੇ ਨਾਲ ਅਰੇਂਜ ਕਰਕੇ ਪਹਿਲੀ ਵਾਰ ਦੇਖਿਆ ਮੈਂ ਕਿਸੇ ਨੇ। ਜੀ ਇਹ ਵੀ ਬਸ ਮਾਲਿਕ ਕਰਾਉਂਦਾ ਹੈ। ਅਸਲ 'ਚ ਕੀ ਹੈ, ਮੈਂ ਜਦੋਂ ਸਟੇਜ ਪਰਫਾਰਮੈਂਸਿਸ ਕਰ, ਮੇਰੇ ਕੋਲ ਵੀ ਥੈਲਾ ਹੀ ਸੀਗਾ ਜੀ ਪਹਿਲਾਂ, ਮੈਂ ਸ਼ੁਰੂ ਥੈਲੇ ਤੋਂ ਹੀ ਕੀਤਾ ਸੀ। ਬਟ ਜਦੋਂ ਸਟੇਜ ਪਰਫਾਰਮੈਂਸਿਸ ਕਰਦੇ ਆ ਤੇ ਜਿਵੇਂ ਕਈ ਵਾਰੀ ਸਟੇਜ ਤੇ ਹਨੇਰਾ ਹੁੰਦਾ ਹੈ ਜਾਂ ਇੱਕ ਵੈਸੇ ਵੀ ਜਦੋਂ ਆਪਾਂ ਸਟੇਜ ਤੇ ਖੜੇ ਆ ਨਾ ਤਾਂ ਯੂ ਸ਼ੁਡ ਲੁੱਕ ਪ੍ਰੋਫੈਸ਼ਨਲ, ਤੁਹਾਡੇ ਅੰਦਰ ਇੱਕ ਪ੍ਰੋਫੈਸ਼ਨਲਿਜ਼ਮ ਆਣੀ ਚਾਹੀਦੀ ਹੈ, ਈਜ਼ ਹੋਣੀ ਚਾਹੀਦੀ ਹੈ, ਦਿਖਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ, ਘਬਰਾਹਟ ਨਹੀਂ ਦਿਖਣੀ ਚਾਹੀਦੀ ਜੀ। ਇਹ ਮੇਰੇ ਉਸਤਾਦ ਜੀ ਜਿਨ੍ਹਾਂ ਤੋਂ ਮੈਂ ਅਲਗੋਜ਼ਾ ਸਿੱਖਿਆ, ਕਰਮਜੀਤ ਸਿੰਘ ਬੱਗਾ ਉਸਤਾਦ ਜੀ, ਤੇ ਉਹ ਬਹੁਤ ਇੰਟਰਨੈਸ਼ਨਲ ਅਲਗੋਜ਼ਾ ਪਲੇਅਰ ਨੇ। ਉਹਨਾਂ ਨੇ ਮੈਨੂੰ ਇੱਕ ਚੀਜ਼ ਦੱਸੀ, ਕਹਿੰਦੇ ਗੁਰਪ੍ਰੀਤ ਅੱਲੇ ਨਾ ਹੋਵੇ ਪੱਲੇ ਪਰ ਵਰਦੀ ਤੇ ਜ਼ੋਰ। ਮੈਂ ਸਮਝਿਆ ਨਹੀਂ ਉਦੋਂ ਗੱਲ, ਤੇ ਮੈਂ ਕਿਹਾ ਉਸਤਾਦ ਜੀ ਮੈਂ ਸਮਝਿਆ ਨਹੀਂ। ਉਹਨਾਂ ਨੇ ਸਮਝਾਇਆ ਫਿਰ, ਕਹਿੰਦੇ ਅੱਲੇ ਨਾ ਪੱਲੇ ਪਰ ਵਰਦੀ ਤੇ ਜ਼ੋਰ। ਕਹਿੰਦੇ ਵੀ ਅੱਲੇ ਪੱਲੇ ਕੁਛ ਨਾ ਹੋਵੇ ਤੇਰੇ, ਪਰ ਤੂੰ ਸਟੇਜ ਤੇ ਖੜਿਆ ਹੋਵੇ ਨਾ, ਐਂ ਲੱਗਣਾ ਚਾਹੀਦਾ ਵੀ ਤੇਰੇ ਤੋਂ ਉੱਪਰ ਨਹੀਂ ਹੈ ਕੋਈ। ਜੀ ਔਰ ਉਹ ਚੀਜ਼ ਮੈਂ ਮਤਲਬ ਮੰਨਦਾ ਹੈ ਕਿ ਇਹ ਚੀਜ਼ ਹੈ, ਇੰਪੋਰਟੈਂਟ ਹੈ। ਅੱਲੇ ਨਾ ਪੱਲੇ ਵਰਦੀ ਦੇ ਜ਼ੋਰ ਦਾ ਮਤਲਬ ਹੈ ਕਿ ਯੂ ਸ਼ੁਡ ਬੀ ਕੌਨਫੀਡੈਂਟ ਜੋ ਤੁਸੀਂ ਕਰ ਰਹੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਬੜੇ ਤੀਸਮਾਰ ਖਾਨ ਹੋਣੇ ਚਾਹੀਦੇ ਹੋ ਇੰਡਸਟਰੀ ਦੇ ਵਿੱਚ ਆਉਣ ਲਈ, ਜਾਂ ਕੁਝ ਤੁਹਾਡੇ ਅੰਦਰ ਇੱਕ ਕੌਨਫੀਡੈਂਸ ਹੋਣਾ ਚਾਹੀਦਾ ਕਿਸੇ ਵੀ ਚੀਜ਼ ਨੂੰ ਫੁੱਲਫਿਲ। ਹਾਂ ਇਹ ਹੈ ਕਿ ਤੁਸੀਂ 2 ਸੁਰ ਘੱਟ ਵਜਾ ਲਓਗੇ ਕਿਸੇ ਤੋਂ, ਬਟ ਆਪਣੀ ਜਿੰਨੀ ਤੁਹਾਡੀ ਵਜਾਈ ਹੈ ਉਹਦੇ ਪ੍ਰਤੀ ਤੁਸੀਂ ਕੌਨਫੀਡੈਂਟ ਰਹੋ। that is the important। ਤੁਸੀਂ ਇੱਥੇ ਇੱਕ ਲਿਸਟ ਦਿਖਾ ਰਹੇ ਸੀ ਸਾਨੂੰ, ਅਸੀਂ ਜਲਦੀ ਉਹ ਵੀ ਮੇਰੇ ਕੈਮਰਾਮੈਨ ਦਰਸ਼ੀ ਤੁਹਾਨੂੰ ਦਿਖਾਣਗੇ ਕਿਸ ਤਰ੍ਹਾਂ ਇੱਕ ਬੜੀ ਸੋਹਣੀ ਇਹਨਾਂ ਨੇ ਕਾਊਂਟਿੰਗ ਨਾਲ ਲਿਖ ਕੇ ਕਿ ਨੰਬਰ 1 ਆਰਟਿਸਟ ਹੈ, ਨੰਬਰ 2 3 4 223 ਮੇਰੇ ਖਿਆਲ ਇੱਥੇ ਤੁਸੀਂ 204 204 ਠੀਕ ਹੈ, ਮਾਫ ਕਰਨਾ, 204 ਆਰਟਿਸਟ ਦੇ ਨਾਮ ਲਿਖੇ ਹੋਏ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ, ਤੇ 1000 ਦੇ ਕਰੀਬ ਗੀਤ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਵਜਾਈ ਹੋਈ ਫਲੂਟ ਤੇ ਅਲਗੋਜ਼ਾ ਅਸੀਂ ਸੁਣ ਸਕਦੇ ਹਾਂ। ਤਾਂ ਮਾਂ ਵਾਲੇ ਗੀਤ ਦੀ ਤੁਸੀਂ ਗੀਤ ਦਾ ਜ਼ਿਕਰ ਕੀਤਾ ਸੀ, ਤਾਂ ਉਸ ਗੀਤ ਨੇ ਰਵਾਇਆ ਵੀ ਬਹੁਤ ਹੈ, ਸਕੂਨ ਵੀ ਬੜਾ ਦਿੱਤਾ ਹੈ ਨਾ, ਤਾਂ ਉਹ ਸੁਣਨਾ ਚਾਹਾਂਗੇ ਜ਼ਰੂਰ ਕਿ ਫਲੂਟ ਨੇ ਜੋ ਸਕੂਨ ਦਿੱਤਾ ਸੀ, ਜੋ ਠਹਿਰਾਵ ਸੀਗਾ, ਉਹ ਜ਼ਰੂਰ ਅਸੀਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਸੁਣਾਉਣਾ ਚਾਹਾਂਗੇ। ਜ਼ਰੂਰ। ਤਾਂ ਇਹਨਾਂ ਦੇ ਸਾਥੀ ਵੱਲ ਵੀ ਜ਼ਰੂਰ ਕੈਮਰਾ ਮਾਰੋ। ਫਲੂਟ ਦੇ ਨਾਲ ਜਿਹੜਾ ਤੁਸੀਂ ਸੰਗੀਤ ਇੱਕ ਹੋਰ ਸੁਣ ਰਹੇ ਹੋ, ਕੀਬੋਰਡ ਸੁਣ ਰਹੇ ਹੋ, ਥੋੜੀ ਜੀ ਜਾਨ ਇੱਧਰੋਂ ਵੀ ਪਈ ਹੋਈ ਹੈ, ਤਾਂ ਹੋਰ ਖੂਬਸੂਰਤ ਇਸ ਧੁਨ ਨੂੰ ਬਣਾਉਣ ਦੇ ਲਈ ਬਹੁਤ ਧੰਨਵਾਦ। ਤਾਂ ਹੋਰ ਵੀ ਬਹੁਤ ਸਾਰੇ ਗੀਤ ਨੇ, ਜਿਸ ਤਰ੍ਹਾਂ ਮੈਂ ਕਿਹਾ ਜਿਹੜੇ ਚੱਕਵੇਂ ਗੀਤ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਫਲੂਟ ਵੱਜੀ, ਉਹਨਾਂ ਚੱਕਵੇਂ ਗੀਤਾਂ ਨੂੰ ਜਦੋਂ ਘਰਦਿਆਂ ਨੇ ਸੁਣਿਆ ਤਾਂ ਕਿਹਾ ਨਹੀਂ ਕਿ ਗੁਰਪ੍ਰੀਤ ਇੱਥੇ ਫਲੂਟ ਨਹੀਂ ਸੀ ਜੱਚਦੀ, ਇੱਥੇ ਰਹਿਣ ਦੇ ਰਹੀ ਸੀ। ਨਹੀਂ, ਮੈਂ ਇਸ ਚੀਜ਼ ਲਈ ਮੈਂ ਬੜਾ ਮਤਲਬ ਥੈਂਕਫੁਲ ਹਾਂ ਜੀ, ਥੈਂਕਫੁਲ ਹਾਂ ਬਹੁਤ ਜ਼ਿਆਦਾ ਘਰਦਿਆਂ ਦਾ ਕਿ ਉਹ ਸਪੋਰਟਿਵ ਨੇ ਹਰ ਇੱਕ ਚੀਜ਼ ਲਈ, ਕਿਉਂਕਿ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਆ। ਹੁਣ ਮੈਨੂੰ ਜਿਵੇਂ ਕਈ ਲੋਕਾਂ ਦਾ, ਮੈਨੂੰ ਘਰਦਿਆਂ ਨਾਲ ਨਹੀਂ, ਕਈ ਲੋਕਾਂ ਦਾ ਮੈਨੂੰ ਕਹਿਣਾ ਸੀਗਾ ਕਿ ਤੂੰ ਸਾਬਤ ਸੂਰਤ ਸਰਦਾਰ ਹੈ, ਤੂੰ ਕਲੱਬਸ ਦੇ ਵਿੱਚ ਜਾ ਕੇ ਪਰਫਾਰਮ ਕਰਦਾ ਹੈ, ਤੂੰ ਇੱਧਰ ਜਾਂਦਾ, ਤੂੰ ਉੱਧਰ ਜਾਂਦਾ, ਉੱਥੇ ਫਲਾਣਾ ਚੀਜ਼ ਚੱਲ ਰਿਹਾ ਹੁੰਦਾ, ਕੁਝ ਚੱਲ ਰਿਹਾ ਹੁੰਦਾ ਹੈ, ਤੂੰ ਸਾਬਤ, ਤੈਨੂੰ ਕੀ ਲੋੜ ਹੈ, ਤੂੰ ਕੀ ਤੇਰੇ ਔਰੇ ਨੂੰ ਨਹੀਂ ਜੱਚਦਾ ਹੈ ਨਾ। ਬਟ ਮੈਨੂੰ ਮੇਰੇ ਘਰਦਿਆਂ ਨੇ ਕਦੇ ਵੀ ਮੈਨੂੰ ਘਰਦਿਆਂ ਨੇ ਇਸ ਚੀਜ਼ ਲਈ, ਉਹ ਮੇਰੇ ਫਾਦਰ ਸਾਹਿਬ ਮੈਨੂੰ ਹਮੇਸ਼ਾ ਇਹੀ ਸਮਝਾਉਂਦੇ ਆ ਕਿ ਸਟੇਜ ਇੱਕ ਸਟੇਜ ਹੁੰਦੀ ਹੈ, ਚਾਹੇ ਤੁਸੀਂ ਕਿਤੇ ਵੀ ਵਜਾ ਰਹੇ ਹੋ, ਤੇ ਕਲਾਕਾਰ ਤਾਂ ਇੱਕ ਕਲਾਕਾਰ ਹੈ ਜੀ। ਤੁਸੀਂ ਹੁਣ ਅਸੀਂ ਸਟੂਡੀਓ ਦੇ ਵਿੱਚ ਐਂਟਰ ਹੁੰਦੇ ਆ, ਸਾਨੂੰ ਨਹੀਂ ਪਤਾ ਕਿ ਉਹ ਗਾਣਾ ਇੱਕ ਛੋਟੇ ਆਰਟਿਸਟ ਦਾ ਜਾਂ ਕਿ ਗਾਣਾ ਕੋਈ ਬੜੇ ਆਰਟਿਸਟ ਦਾ। ਸਾਡਾ ਹੁੰਦਾ ਕਿ ਅਸੀਂ ਫੁੱਲ ਇੱਕ ਜਿਹੜੀ ਆਪਣੀ ਪੂਰੀ એનર્ਜੀ ਦੇ ਨਾਲ ਇੱਕ ਉਸ ਗਾਣੇ ਨੂੰ ਬਿਊਟੀਫਾਈ ਕਰੀਏ। ਕਿਉਂਕਿ ਸਪੋਜ਼ ਕੋਈ ਪ੍ਰੋਡਿਊਸਰ ਨੇ ਤੁਹਾਨੂੰ ਸੁਰ ਦੱਸਦੇ ਕਿ ਭਾਜੀ ਆਹ ਤੋਂ ਆ ਐਦਾਂ ਆ ਵਜਾਣੀ ਹੈ ਚੀਜ਼, ਅਸੀਂ ਆਪਣੀ ਵਜਾਈਗੀ ਦੇ ਅਕੋਰਡਿੰਗਲੀ ਦੇਖਣਾ ਕਿ ਉਹ ਗਾਣੇ ਦੇ ਵਿੱਚ ਅਗਰ ਆਪਾਂ ਐਦਾਂ ਕੁਝ ਚੇਂਜ ਕਰ ਦਈਏ ਤਾਂ ਚੀਜ਼ ਥੋੜੀ ਹੋਰ ਬਿਊਟੀਫਾਈ ਹੋ ਸਕਦੀ ਹੈ। ਸੋ ਫਿਰ ਚੀਜ਼ਾਂ ਸੈਟਲਮੈਂਟ ਕਰਕੇ ਤੇ ਮਤਲਬ ਇੱਕ ਗਾਣਾ ਬਿਊਟੀਫਾਈ ਹੁੰਦਾ ਹੈ ਨਾ। ਤੇ ਜਿਹੜੀ ਗਾਣੇ
ਚੱਕਵੇਂ ਹੋ ਗਏ ਜਾਂ ਕੁਝ ਹੋ ਗਏ, ਉਹਦੇ ਲਈ ਮਤਲਬ ਇੱਕ ਪ੍ਰੋਤਸਾਹਨ ਹੀ ਮਿਲਦਾ ਕਿ ਵਰਸੈਟਿਲਿਟੀ ਆਉਂਦੀ ਹੈ ਵਜਾਈਗੀ 'ਚ। ਕਿਉਂਕਿ ਅਗਰ ਤੁਸੀਂ ਇੱਕ ਹੀ ਤਰੀਕੇ ਦਾ 뮤직 ਦੇ ਵਿੱਚ ਪਲੇ ਕਰ ਰਹੇ ਹੋ ਨਾ, ਤੇ ਤੁਹਾਡੀ ਜਿਹੜੀ ਪਹਿਚਾਣ ਹੈ ਨਾ ਉਹ ਇੱਕ ਹੀ ਪਾਸੇ ਦੀ ਬਣ ਜਾਂਦੀ ਯਾਰ। ਮਤਲਬ ਇਹ ਰੋਣੇ ਧੋਣੇ ਵਾਲਾ ਕੰਮ ਹੈ ਯਾਰ, ਫਲਾਣੇ ਨੂੰ ਬੁਲਾ ਲਓ, ਫਲੂਟ ਪ੍ਰੀਤ ਨੂੰ ਬੁਲਾ ਲਓ, ਕੋਈ ਰੋਣੇ ਧੋਣੇ ਵਾਲਾ ਕੰਮ ਕਰਨਾ ਹੈ। ਤੇ ਮੈਂ ਉਹ ਪਰਸਨਲੀ ਨਹੀਂ ਚਾਹੁੰਦਾ ਸੀਗਾ। ਸੋ ਮੈਂ ਇਸ ਲਈ ਆਪਣੀ ਵਜਾਈਗੀ ਦੇ ਵਿੱਚ ਮੈਂ ਸਮਝਦਾ ਕਿ ਚੇਂਜ ਲਿਆਉਣਾ ਪੈਂਦਾ ਹੈ ਨਾ। ਜਿਵੇਂ ਆਪਾਂ ਹੁਣ ਆਪਾਂ ਕੋਈ ਕਰ ਰਹੇ ਹਾਂ, ਜਿਵੇਂ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦੇਣੀ ਚਾਹਾਂਗਾ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹੈ ਨਾ। ਇਹ ਹੁਣ ਆਪਾਂ ਵਜਾਇਆ ਇਹਨੂੰ ਫੰਕ ਸਟਾਈਲ ਦੇ ਵਿੱਚ ਆਪਾਂ वापिस फिर मेलोडियस आ गया। दोनों च फर्क है। पहली ना मतलब ये फंक दे रहा, मतलब एक बीट दे रहा, क्योंकि ग्रूव चाहिदा हुंदा है। बीट सॉन्ग दे विच की हुंदा है कि ग्रूव हुंदा है जिहदे नाल बंदे दी बॉडी जिहड़ी है ग्रूव करे, मूव करे। सो सानू बजाते हुए भी हुण अगर असीं ओही चाल रखीए अपनी, ਤਾਂ ਆਬਵੀਅਸਲੀ ਗਾਣੇ ਨੇ ਡਰੈਗ ਹੋਣਾ, ਨੀਚੇ ਗਿਰਨਾ। ਅਸੀਂ ਗਿਰਨਾ ਨਹੀਂ, ਅਸੀਂ ਚੱਕਣਾ ਉਹਨੂੰ। ਸੋ ਉੱਥੇ ਫਿਰ ਵਜਾਈਗੀ ਚੇਂਜ ਹੋ ਜਾਂਦੀ ਹੈ ਸਾਡੀ। ਇਹ ਢਿੱਡੋਂ ਮਿਹਨਤ ਲੱਗਦੀ ਹੈ, ਮੈਨੂੰ ਲੱਗਦਾ ਸਾਹਾਂ ਦੀ ਵਰਤੋਂ ਹੁੰਦੀ ਹੈ ਨਾ। ਇਹ ਜਿਹੜੀਆਂ ਵੀ ਫਲੂਟਸ ਪਈਆਂ, ਸਭ ਤੋਂ ਵੱਡੀ ਫਲੂਟ ਜਿਹੜੀ ਅਸੀਂ ਦੇਖ ਰਹੇ ਹਾਂ, ਇਹਦਾ ਕੀ ਮਤਲਬ ਜਿਹੜਾ ਸਾਈਜ਼ ਹੁੰਦਾ ਫਲੂਟ ਦਾ ਕਿਉਂ ਮੈਟਰ ਕਰਦਾ? ਮੈਂ ਤੁਹਾਨੂੰ ਉਹ ਵੀ ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਮੈਂ ਚਾਹੂੰਗਾ। ਫਲੂਟਸ ਹੁੰਦੀਆਂ ਨੇ ਜਿਹੜੀਆਂ ਉਹ ਅਲੱਗ-ਅਲੱਗ ਭਾਵ ਹੁੰਦੇ ਨੇ, ਹਨਾ। ਸਾਜ਼ ਦਾ ਜਿਵੇਂ ਅਲੱਗ-ਅਲੱਗ, ਜਿਵੇਂ ਆਪਾਂ ਕਿਸੇ ਹੋਰ ਇਨਸਟਰੂਮੈਂਟ ਦੇ ਵਿੱਚ ਵੀ ਆਪਾਂ ਕੀਬੋਰਡ ਦੇ ਵਿੱਚ ਲਗਾਈਏ, ਜਦੋਂ ਆਪਾਂ ਲੈਫਟ ਤੋਂ ਸ਼ੁਰੂ ਕਰਦੇ ਹਾਂ ਭਾਰਾਪਨ ਹੁੰਦਾ ਹੈ ਸਵਰ ਦੇ ਵਿੱਚ। ਜਿਵੇਂ ਜਿਵੇਂ ਆਪਾਂ ਰਾਈਟ ਨੂੰ ਜਾਂਦੇ ਰਹਿੰਦੇ ਹਾਂ ਹਾਰਮੋਨੀਅਮ ਜਾਂ ਕੀਬੋਰਡ, ਟੁਵਰਡਸ ਦੀ ਐਂਡ ਉਹ ਤਿੱਖਾ ਹੋ ਜਾਂਦਾ, ਉਹਦੀ ਪਿੱਚ ਹੈ ਜਿਹੜੀ ਉਹ ਹਾਈ ਹੋ ਜਾਂਦੀ ਹੈ। ਸੇਮ ਫਲੂਟ ਦੇ ਵਿੱਚ ਉਦਾਂ ਹੀ ਹੁੰਦਾ ਹੈ ਕਿ ਜਿੰਨੀ ਜ਼ਿਆਦਾ ਵੱਡੀ ਹੋਏਗੀ, ਜਿੰਨਾ ਜ਼ਿਆਦਾ ਬੜੀ ਫਲੂਟ ਹੋਏਗੀ, ਉਨਾ ਉਹਦੇ ਚ ਸੋਜ਼ ਹੋਏਗਾ, ਉਨਾ ਭਾਰਾ। ਸਭ ਤੋਂ ਵੱਡੀ ਲੈਂਥ ਦੀ ਫਲੂਟ ਕਿਹੜੀ ਹੈ ਤੁਹਾਡੇ ਕੋਲ? ਇਹ 30 ਇੰਚਸ ਅਰਾਊਂਡ 28 30 32 ਇਹ ਸਾਈਜ਼ ਹੁੰਦਾ ਹੈ। ਇਹ ਦੈਨ ਇਹ ਹੈ। ਅੱਛਾ, ਹਾਂਜੀ, ਦੈਟ ਡਿਪੈਂਡਸ। ਹਾਂਜੀ, ਇਹ ਤੋਂ ਵੀ ਵੱਡੀਆਂ ਬਾਂਸੁਰੀਆਂ ਹੁੰਦੀਆਂ ਨੇ, ਉਹਨਾਂ ਨੂੰ ਸ਼ੰਖ ਬਾਂਸੁਰੀਆਂ ਕਹਿੰਦੇ ਨੇ। ਉਹ ਇਹ ਤੋਂ ਵੀ ਥੋੜੀਆਂ ਹੋਰ ਵੱਡੀਆਂ ਹੁੰਦੀਆਂ ਨੇ। ਠੀਕ ਹੈ। ਹੁਣ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਗਾਣਾ ਵਜਾਇਆ ਨਾ, ਹੋ ਨਾ ਹੋਏ ਪਿਆਰ ਤੇਰੇ ਦਾ ਅਸਰ, ਹੈ ਨਾ। ਇਹਦਾ ਬੜੀ ਸੋਜ਼ ਹੈ, ਧੀਮਾਪਨ ਹੈ। ਹੁਣ ਇਹੀ ਚੀਜ਼ ਆਪਾਂ ਵਜਾ ਰਹੇ ਹਾਂ ਇਹਦੇ ਤੇ, ਇਹ ਤੋਂ ਥੋੜਾ ਜਿਹਾ ਅਪ ਹੋ ਗਿਆ ਸਕੇਲ। ਮਨ ਤਾਂ ਕਰਦਾ ਇਹੀ ਸੁਣੀ ਜਾਏ। ਹਾਂਜੀ, 뮤직 'ਚ ਮੈਨੂੰ ਲੱਗਦਾ ਹੀਲਿੰਗ ਪਾਰ ਜ਼ਰੂਰ ਹੁੰਦੀ ਹੈ। ਐਗਜ਼ੈਕਟਲੀ, ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। 뮤직 ਜਿਹੜਾ ਹੈ, ਕਈ ਲੋਕ ਮੈਂ ਦੇਖੇ ਨੇ ਕਿ 뮤직 ਦੇ ਵਿੱਚ ਸਟ੍ਰੈਸ ਲੈਂਦੇ ਨੇ, 뮤직 ਨੂੰ ਸਟ੍ਰੈਸ ਲੈਂਦੇ ਨੇ। ਅਸਲ 'ਚ 뮤직 ਦਾ ਸਟ੍ਰੈਸ ਬਸਟਰ ਹੈ।
ਸੋ ਇਹ ਉਹਨਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਇਹਨੂੰ ਸਟ੍ਰੈਸ ਨਾ ਲੈ ਕੇ, ਅਗਰ ਕੰਮ ਨਹੀਂ ਹੋ ਰਿਹਾ ਤਾਂ ਆਈ ਥਿੰਕ ਉਹਨੂੰ ਡ੍ਰੌਪ ਕਰ ਦੇਣਾ ਚਾਹੀਦਾ ਥੋੜੀ ਦੇਰ, ਜਿਵੇਂ ਨੈਕਸਟ ਮਾਰਨਿੰਗ ਤੁਸੀਂ ਕੰਮ ਕਰ ਲਓ। ਜਿਵੇਂ ਕਈ ਪ੍ਰੋਡਿਊਸਰਸ ਕੋਲ ਆਪਾਂ ਜਾਈਦਾ ਨਾ, ਅੱਖਾਂ ਏਡੀਆਂ ਹੋਈਆਂ ਹੁੰਦੀਆਂ ਨੇ ਤੇ ਮਤਲਬ ਸਲੀਪਲੈਸ ਨਾਈਟਸ ਹੁੰਦੀਆਂ ਨੇ, ਮਤਲਬ ਇੱਕ ਉਹ ਫਰੈਸ਼ਨੈਸ ਨਹੀਂ ਦਿਖਦੀ। ਜਿਵੇਂ ਕਈ ਪ੍ਰੋਡਿਊਸਰਸ ਐਦਾਂ ਨੇ ਕਿ ਬੇਸ਼ੱਕ ਉਹ ਰਾਤ ਨੂੰ ਕੰਮ ਕਰਦੇ ਨੇ ਬਟ ਦੇ ਲੁੱਕ ਫਰੈਸ਼ ਜਦੋਂ ਵੀ ਆਪਾਂ ਕੰਮ ਕਰਦੇ ਹਾਂ, ਹਨਾ। ਸੋ ਇਹਨੂੰ ਸਟ੍ਰੈਸ ਨਾ ਲੈ ਕੇ ਇਹਨੂੰ ਮਤਲਬ ਸਟ੍ਰੈਸ ਬਸਟਰ ਦੀ ਤਰ੍ਹਾਂ ਯੂਜ਼ ਕਰਨਾ ਚਾਹੀਦਾ, ਨਾ ਕਿ ਕੋਈ ਪ੍ਰੈਸ਼ਰ ਦੇ ਵਿੱਚ ਆ ਕੇ ਕੋਈ ਇੱਕ ਗੀਤਕਾਰ ਜਾਂ ਇੱਕ ਗਾਇਕ ਜੇ ਆਪ ਹੀ ਸਟ੍ਰੈਸਡ ਹੈ ਤਾਂ ਉਹ ਦੂਸਰਿਆਂ ਨੂੰ ਕਿਵੇਂ ਸਟ੍ਰੈਸ ਤੋਂ ਮੁਕਤ ਕਰੇਗਾ? ਉਹ ਝਲਕਦਾ ਹੈ, ਉਹ ਜ਼ਰੂਰ ਝਲਕਦੀ ਹੈ ਚੀਜ਼। ਜੀ ਜੀ ਬਿਲਕੁਲ। ਐਦਾਂ ਹੀ ਮੈਂ ਇੱਕ ਦਿਨ ਕੰਮ ਕਰ ਰਿਹਾ ਸੀ ਤੇ ਪਾਪਾ ਦੀ ਮੈਂ ਈਮੇਲ ਆਈਡੀ ਬਣਾਈ ਤੇ ਮੈਂ ਪਾਸਵਰਡ ਗਲਤ ਲਗਾਤਾ ਤੇ ਮੇਰੇ ਜ਼ਹਿਨ 'ਚ ਕੁਝ ਹੋਰ ਸੀ, ਉਹਨਾਂ ਦੀ ਮੈਨੂੰ ਕਾਲ ਆ ਰਹੀ ਉਧਰੋਂ, ਉਹਨਾਂ ਦਾ ਆਫਿਸ ਦਾ ਕੰਮ ਟੈਂਸ਼ਨ, ਔਰ ਮੈਂ ਕੰਮ ਕਰ ਰਿਹਾ ਸਟੂਡੀਓ ਦੇ ਵਿੱਚ, ਮੈਨੂੰ ਪਤਾ ਕਿ ਮੈਂ ਉਹ ਸੈਸ਼ਨ ਕਿਵੇਂ ਕਰਿਆ। ਉਹ ਤੋਂ ਬਾਅਦ ਮੈਂ ਵਿੱਚ ਹੀ ਰੋਕਿਆ, ਮੈਂ ਕਿਹਾ ਭਾਜੀ 1 ਮਿੰਟ, ਮੈਂ ਨਾਲ ਦੀ ਨਾਲ ਕੋਈ ਹੋਰ ਆਪਸ਼ਨ ਲਗਾਈ। ਤੇ ਕਹਿੰਦਾ ਮਤਲਬ ਇਹ ਹੈ ਕਿ ਸਟ੍ਰੈਸ ਨਹੀਂ 1% ਵੀ ਹੋਣੀ ਚਾਹੀਦੀ ਇਨਸਾਨ ਦੇ ਮਨ ਦੇ ਵਿੱਚ ਜਦੋਂ ਆਪਾਂ ਮਿਊਜ਼ਿਕ ਦਾ ਕੰਮ ਕਰ ਰਹੇ। ਤੁਹਾਨੂੰ ਗੀਤ ਗਾ ਕੇ ਭੇਜ ਦਿੱਤਾ ਜਾਂਦਾ ਹੈ ਜਿਹੜੇ ਗਾਇਕ ਹੁੰਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਉਸ ਹਿਸਾਬ ਦੇ ਨਾਲ ਫਲੂਟ ਤੇ ਅਲਗੋਜ਼ਾ ਵਜਾਉਂਦੇ ਹੋ? ਜੀ 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 ਬਿਲਕੁਲ। ਐਕਚੁਅਲੀ ਐਦਾਂ ਹੈ, ਮੋਸਟਲੀ ਤਾਂ ਜਿਵੇਂ ਹੁਣ ਕੋਵਿਡ ਕਰਕੇ ਥੋੜਾ ਆਪਾਂ ਮਤਲਬ ਆਪਣਾ ਜ਼ਿਆਦਾ ਨਹੀਂ ਜਾ ਰਹੇ ਹੈਗੇ ਬਾਹਰ ਤੇ ਆਪਣਾ ਇੱਥੋਂ ਹੀ ਹੋ ਰਿਹਾ ਸਾਰਾ ਸੈਟਅਪ। ਬਟ ਜਿਵੇਂ ਕੀ ਹੁੰਦਾ, ਪ੍ਰੋਡਿਊਸਰਸ ਦੇ ਆਪਣੇ ਸਟੂਡੀਓਜ਼ ਹੈਗੇ ਨੇ, ਹਨਾ, ਉਹਨਾਂ ਨੇ, ਜਾਂ ਆਪਣੇ ਇੱਥੇ ਸਟੂਡੀਓਜ਼ ਵੀ ਬਹੁਤ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ, ਜਿੱਥੇ ਮਤਲਬ ਅਸੀਂ ਜਾ ਕੇ ਉੱਥੇ ਪ੍ਰੋਡਿਊਸਰਸ ਪਹੁੰਚ ਜਾਂਦੇ ਨੇ, ਉੱਥੇ ਅਸੀਂ ਮੀਟ ਕਰਦੇ ਹਾਂ, ਮਿਲਦੇ ਹਾਂ, ਜਾਂ ਕਿਸੇ ਪ੍ਰੋਡਿਊਸਰਸ ਦੇ ਘਰੇ ਜਾਂ ਸਿੰਗਰਸ ਦੇ ਘਰੇ ਸੈਟਅਪ ਲੱਗੇ ਹੋਏ ਨੇ ਜਿਹੜੇ ਜਿਵੇਂ ਬਾਹਰੋਂ ਨੇ, ਉਹ ਫਿਰ ਟਰੈਕਸ ਭੇਜਦੇ ਨੇ, ਜਾਂ ਕੋਈ ਹੋਰ ਇੱਥੋਂ ਪਠਾਨਕੋਟ, ਲੁਧਿਆਣਾ, ਜਲੰਧਰ, ਹਨਾ, ਇੱਥੋਂ ਫਿਰ ਟਰੈਕਸ ਭੇਜਦੇ ਨੇ ਤੇ ਫਿਰ ਇੱਥੋਂ ਅਸੀਂ ਕਰਕੇ ਫਾਈਲਸ ਉਹਨਾਂ ਨੂੰ ਭੇਜ ਦਿੰਦੇ ਹਾਂ ਫਲੂਟ ਦੀਆਂ ਅਲੱਗ-ਅਲੱਗ। ਠੀਕ ਹੈ, ਉਹ ਤੁਸੀਂ ਆਪਣਾ ਕੰਮ ਆਪਣੇ ਸਟੂਡੀਓ ਦੇ ਵਿੱਚ ਹੀ ਕਰਕੇ? ਹਾਂ ਜੀ, ਨਹੀਂ ਆਪਣੇ ਵੀ ਸਟੂਡੀਓ 'ਚ ਨਹੀਂ ਜੀ, ਮਤਲਬ ਮੈਂ ਸਟੂਡੀਓ ਹਾਇਰ ਕਰਕੇ ਕਿਤੇ ਨਾ ਕਿਤੇ, ਹਾਂ, ਸੈਟਲ ਕਰਕੇ ਆਪਾਂ ਕਰਕੇ ਭੇਜ ਦਿੰਦੇ ਹਾਂ ਜੀ ਉਹਨਾਂ ਨੂੰ। ਠੀਕ ਹੈ। ਕਦੀ ਕਿਸੇ ਗੀਤ ਨੂੰ ਸੁਣ ਕੇ ਜਿਹਦੇ ਵਿੱਚ ਤੁਸੀਂ ਸਾਜ਼ ਵਜਾਇਆ, ਉਹ ਸਾਜ਼ ਜਦੋਂ ਵਜਾ ਕੇ ਭੇਜ ਦਿੰਦੇ ਹੋ, ਗੀਤ ਰਿਲੀਜ਼ ਹੋ ਜਾਂਦਾ, ਉਹ ਸੁਣ ਕੇ ਕਦੀ ਇੱਦਾਂ ਹੋਇਆ ਕਿ ਇੱਥੇ ਗਲਤੀ ਹੋ ਗਈ, ਸ਼ਾਇਦ ਇੱਥੇ ਇੱਦਾਂ ਹੋ ਸਕਦਾ ਸੀ? ਨਹੀਂ, ਇੱਦਾਂ ਤਾਂ ਨਹੀਂ, ਕਿਉਂਕਿ ਜਦੋਂ ਬੇਸ਼ੱਕ ਇੱਕ ਪ੍ਰੋਡਿਊਸਰ ਦੀ ਹਾਂ ਹੁੰਦੀ ਹੈ ਜਦੋਂ ਵੀ ਕੰਮ ਹੋ ਰਿਹਾ ਹੁੰਦਾ, ਪਰ ਮੈਂ ਪਰਸਨਲ ਆਪਣੀ ਇੱਕ ਰਾਏ ਰੱਖਦਾ ਕਿ ਮੇਰਾ ਇੰਸਟਰੂਮੈਂਟ ਹੈ, ਤੁਸੀਂ ਮੈਨੂੰ ਆਪਣੇ ਹਿਸਾਬ ਨਾਲ ਕਰਨ ਦਿਓ, ਤੁਹਾਡੀ ਚੀਜ਼ ਮੈਂ ਵਜਾ ਕੇ ਭੇਜ ਦੂੰਗਾ। ਤੁਸੀਂ ਰੋਕ ਟੋਕ ਨਹੀਂ ਬਰਦਾਸ਼ਤ ਕਰਦੇ? ਨਹੀਂ, ਰੋਕ ਟੋਕ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ, ਕਿਉਂਕਿ ਮੇਰੇ ਇੰਸਟਰੂਮੈਂਟ ਦਾ ਮੈਨੂੰ ਪਤਾ ਹੈ, ਮੇਰੇ ਇੰਸਟਰੂਮੈਂਟ ਦਾ ਮੈਨੂੰ ਪਤਾ ਹੈ ਕਿ ਉਹ ਕਿੱਥੇ ਉਹ ਮਤਲਬ ਅੱਛਾ ਲੱਗੇਗਾ, ਬਿਊਟੀਫਾਈ ਹੋਏਗਾ, ਹਨਾ। ਕਈ ਵਾਰੀ ਕੋਈ ਪੀਸ ਐਦਾਂ ਦਾ ਡਿਜ਼ਾਈਨ ਹੋ ਕੇ ਆਉਂਦਾ ਹੈ ਜੋ ਮੈਨੂੰ ਲੱਗਦਾ ਕਿ ਨਹੀਂ ਜਾ ਨਹੀਂ ਰਿਹਾ ਇਹਦੇ ਨਾਲ, ਵਜਾ ਕੇ ਮੈਂ ਉਹ ਵੀ ਭੇਜ ਹੀ ਦਿੰਦਾ ਜਦੋਂ ਜਾਂ ਆਏ ਹੋਏ ਨੇ ਉਹਨਾਂ ਲਈ ਵਜਾ ਕੇ ਇੱਕ ਫਾਈਲ ਭੇਜ ਦੇਣੀ, ਬਟ ਮੈਂ ਕਹਿ ਦਿੰਦਾ ਕਿ ਵੀਰੇ ਇਹ ਮੈਂ ਵਜਾਤਾ ਹੈ ਠੀਕ ਹੈ, ਬਟ ਮੇਰੇ ਹਿਸਾਬ ਨਾਲ ਤੁਸੀਂ ਆਹ 2 ਲੱਖ ਲਓ। ਔਰ ਮੈਂ ਅੱਜ ਤੱਕ ਇਹ ਦੇਖਿਆ ਵੀ ਕਦੇ ਐਦਾਂ ਦਾ ਕੁਝ ਨਹੀਂ ਹੋਇਆ ਕਿ ਉਹਨਾਂ ਨੇ ਉਹ ਪੀਸ ਰੱਖਿਆ ਜਿਹੜੇ ਮੈਂ ਭੇਜੇ ਉਹੀ ਲੱਗੇ ਹੁੰਦੇ ਨੇ। ਕਿਉਂਕਿ ਜਦੋਂ ਤੁਸੀਂ ਗਾਣਾ ਬਣਾ ਰਹੇ ਹੋ ਤੁਸੀਂ ਇੱਕ ਹੋਰ ਔਰੇ ਚੋਂ, ਜਦੋਂ ਇੱਕ ਇੰਸਟਰੂਮੈਂਟ, ਕਿਉਂਕਿ ਅਸੀਂ ਪਹਿਲੀ ਵਾਰ ਗਾਣਾ ਸੁਣਨਾ ਹੈ ਜਦੋਂ ਸਟੂਡੀਓ 'ਚ ਆ ਕੇ ਪਲੱਗ ਇਨ ਕਰਨਾ ਤੁਸੀਂ, ਤੇ ਉਹ ਫਰਸਟ ਜਿਹੜੀ ਤੁਹਾਨੂੰ ਗਲਾਂਸ ਕੀ ਆ ਰਹੀ ਆ ਗਾਣਾ ਸੁਣਦੀ, ਅਸੀਂ ਉਹਦੇ ਅਕੋਰਡਿੰਗਲੀ ਉਹਦੇ ਤੇ ਫਿਰ ਆਪਣਾ। ਕਦੀ ਕਿਸੇ ਗਾਇਕ ਨੇ ਟੋਕਿਆ ਕਿ ਇੱਥੇ ਗੁਰਪ੍ਰੀਤ ਫਲੂਟ ਠੀਕ ਨਹੀਂ ਵਜਾਈ ਹੈਗੀ ਤੇ ਗੁੱਸਾ ਆਇਆ? ਨਹੀਂ, ਐਦਾਂ ਦੀ ਨੌਬਤ ਨਹੀਂ ਆਈ, ਐਦਾਂ ਦਾ ਪਰਮਾਤਮਾ ਕਰੇ ਕਦੀ ਆਏ ਨਾ। ਕਿਉਂ ਇਹਦੇ ਪਿੱਛੇ ਰੀਜ਼ਨ ਇਹ ਹੈ ਕਿ ਜਦੋਂ ਅਸੀਂ ਮਿਲਦੇ ਆ, ਸਾਰਾ ਗਾਣਾ ਹੋ ਜਾਂਦਾ ਹੈ, ਦੁਬਾਰਾ ਸੁਣਦੇ ਆ ਸਾਰੇ ਰਿਕਾਰਡਿੰਗ ਬੂਥ 'ਚ ਆ ਕੇ, ਦੁਬਾਰਾ ਉਸ ਗਾਣੇ ਨੂੰ ਮੋਨੀਟਰਿੰਗ ਰੂਮ 'ਚ ਆ ਕੇ ਸਾਰੇ ਗਾਣੇ ਨੂੰ ਦੁਬਾਰਾ ਸੁਣਿਆ ਜਾਂਦਾ, ਫਿਰ ਕਿਤੇ ਮੈਨੂੰ ਲੱਗਦਾ ਕਿ ਵੀਰੇ ਇੱਥੇ ਆਪਾਂ ਕੁਛ ਆ ਕਰ ਸਕਦੇ ਆ, ਜਾਂ ਅੱਗਿਓਂ ਪ੍ਰੋਡਿਊਸਰਸ ਨੂੰ ਜਾਂ ਸਿੰਗਰਸ ਨੂੰ ਲੱਗਦਾ ਵੀਰੇ ਇੱਥੇ ਆਪਾਂ ਕਰ ਸਕਦੇ ਆ, ਤੇ ਆਪਾਂ ਉਹ, ਕਿਉਂਕਿ ਜਦੋਂ ਗੀਤ ਹਿੱਟ ਹੋ ਜਾਂਦਾ ਤਾਂ ਸਿਰਫ ਗੀਤਕਾਰ ਤੇ ਗਾਇਕ ਨੂੰ ਤਵੱਜੋ ਦਿੱਤੀ ਜਾਂਦੀ ਹੈ। ਕਦੀ ਗੀਤਕਾਰ ਜਾਂ ਗਾਇਕ ਨੇ ਤੁਹਾਨੂੰ ਤਵੱਜੋ, ਜਿਹੜੇ ਬੈਕਐਂਡ ਤੇ ਕੰਮ ਕਰਦੇ ਨੇ ਜਿਨ੍ਹਾਂ ਕਰਕੇ ਗੀਤ ਦੇ ਵਿੱਚ ਜਾਨ ਪਈ ਹੈ ਤੇ ਉਹ ਗੀਤ ਹਿੱਟ ਗਿਆ, ਉਹ ਗੀਤ ਰਿਪੀਟ ਤੇ ਬਾਰ-ਬਾਰ ਇਸੇ ਕਰਕੇ ਲੱਗਦੇ ਕਿਉਂਕਿ ਜਿਹੜੇ ਸਾਜ਼ ਨੇ ਉਹਨਾਂ ਨੇ ਜਾਨ ਪਾਈ ਹੈ, ਤਾਂ ਕੀ ਤੁਹਾਨੂੰ ਉਹ ਗਾਇਕ ਉਨੀ ਤਵੱਜੋ ਦਿੰਦੇ ਨੇ ਜਿੰਨੀ ਡਿਜ਼ਰਵ ਕਰਦੇ ਹੋ? ਜੀ ਬਿਲਕੁਲ। ਦੇਖੋ ਮੈਂ ਇਹ ਸਮਝਦਾ ਕਿ ਸਿਰਫ ਸੋਸ਼ਲ ਮੀਡੀਆ ਤੇ ਤੁਹਾਨੂੰ ਮੈਂਸ਼ਨ ਕਰਨਾ ਇੱਕ ਤੁਹਾਡਾ ਉਹ ਨਹੀਂ ਹੈ, ਇੱਕ ਤੁਹਾਨੂੰ ਜੈਸਚਰ ਦਿਖ ਜਾਂਦਾ ਕਿ ਕਿਹਦੇ ਦਿਲ 'ਚ ਹੈ, ਕੌਣ ਤੁਹਾਡੇ ਲਈ ਕਿੰਨਾ, ਮਤਲਬ ਕਿਉਂਕਿ ਹਰ ਇੱਕ ਆਰਟਿਸਟ ਦੇ ਅੰਦਰ ਇੱਕ ਬਾਉਂਡੇਸ਼ਨਸ ਹੁੰਦੀਆਂ ਨੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ, ਹਨਾ। ਮਤਲਬ ਮੈਂ ਹੀ ਪਰਸਨਲੀ ਇਹ ਸਮਝਦਾ ਕਿ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਅਗਰ ਫਲਾਣੇ ਆਰਟਿਸਟ ਨੇ ਤੁਹਾਨੂੰ ਮੈਂਸ਼ਨ ਕਰਿਆ ਤਾਂ ਮਤਲਬ ਹੈ ਕਿ ਤੁਹਾਡੇ ਲਈ ਉਹ ਮਤਲਬ ਤੁਸੀਂ ਉਹਦੇ ਲਈ ਕੁਝ ਮਾਇਨੇ ਰੱਖਦੇ ਹੋ। ਹੁਣ ਬਹੁਤ ਵੀਰੇ ਨੇ, ਐਵੀ ਸਰਾ ਵੀਰਾ, ਦੇਸੀ ਕਰੂ ਸਤਪਾਲ ਭਾਜੀ ਉਹਨੇ, ਦੈਨ ਲਾਡੀ ਗਿੱਲ ਵੀਰਾ, ਜਿਨ੍ਹਾਂ ਨਾਲ ਭਰਾਵਾਂ ਵਾਲਾ ਕੰਮ ਹੈ, ਹਨਾ। ਕਿਡ ਮਰਸੀ, ਜਿੰਨੇ ਵੀ ਅਪਕਮਿੰਗ ਪ੍ਰੋਡਿਊਸਰਸ ਨੇ ਸਾਰਿਆਂ ਦੇ ਨਾਲ ਹੀ ਮਤਲਬ ਇੰਨਾ ਪ੍ਰੇਮ ਪਿਆਰ ਹੈ ਕਿ ਉਹ ਚੀਜ਼, ਉਹ ਕੁਐਸਚਨ ਮਾਰਕ ਹੈ ਹੀ ਨਹੀਂ ਹੈ ਕਿ ਮਤਲਬ ਸਾਨੂੰ ਉਹ ਨਹੀਂ ਮਿਲ ਰਿਹਾ। ਕਿਉਂਕਿ ਜਦੋਂ ਅਸੀਂ ਪਰਫਾਰਮ ਕਰਨ ਗਏ, ਅਸੀਂ ਆਪਣਾ ਜਦੋਂ ਪਾਰਟ ਪਲੇ ਕੀਤਾ ਐਂਡ ਉਹ ਤੋਂ ਬਾਅਦ ਅਸੀਂ ਆਪਣਾ ਜੋ ਵੀ ਰਿਮਬਰਸਮੈਂਟ ਆ ਉਹ ਅਸੀਂ ਲੈ ਕੇ ਆਪਣੇ ਆ ਗਏ ਆ, ਤੇ ਜਦੋਂ ਗਾਣਾ ਚੱਲ ਰਿਹਾ, ਹਨਾ, ਅੱਜ ਕੱਲ ਕ੍ਰੈਡਿਟਸ ਦੇ ਵਿੱਚ ਨਾਂ ਆਉਣ ਲੱਗ ਗਿਆ, ਜਦੋਂ YouTube ਕ੍ਰੈਡਿਟਸ ਹੁੰਦੇ ਨੇ ਉੱਥੇ ਨਾਂ ਆ ਜਾਂਦਾ, ਤੇ ਮੈਂ ਵੀ ਮਤਲਬ ਆਲਮੋਸਟ
ਬਹੁਤ ਵੀਰੇ ਨੇ ਜਿਹੜੇ ਮਤਲਬ ਮੈਂਸ਼ਨ Mention ਕਰਦੇ ਨੇ ਤੇ ਉਹਦੇ ਨਾਲ ਆਪਣੇ ਆਪ ਹੀ ਇੱਕ ਤਰੀਕੇ ਨਾਲ ਉਹ ਵੀ ਜੈਸਚਰ ਹੀ ਹੋ ਗਿਆ ਤੇ ਕਿ ਜਿਹੜੇ ਨਹੀਂ ਕਰਦੇ ਮੈਂਸ਼ਨ ਮੈਂ ਕਿਸੇ ਨੂੰ ਕਹਿੰਦਾ ਨਹੀਂ ਕਿ ਭਾਜੀ ਕਰਿਓ, ਬਟ ਜਿਹੜੇ ਕਰਦਾ ਦੈਟਸ ਗੁੱਡ, ਨਹੀਂ ਕਰਦਾ ਤਾਂ ਕੋਈ ਗੱਲ ਨਹੀਂ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਪਰ ਮੈਂ ਇਹ ਸਮਝਦਾ ਕਿ ਤੁਹਾਡਾ ਕੰਮ ਬੋਲਣਾ ਚਾਹੀਦਾ ਕਿ ਆਪਣੀ ਆਦਤ ਪਾਓ, ਹਨਾ, ਕਿ ਅਗਲੀ ਵਾਰ ਵੀ ਬੰਦਾ ਜਦੋਂ ਹੋਵੇ ਨਾ ਯਾਰ ਵੀਰੇ ਨੂੰ ਕਰੋ ਯਾਰ ਸਭ। ਕਿਨੂੰ ਆਦਤ ਪਾਤੀ ਹੈ ਹੁਣ ਮੈਂ ਦੇਸੀ ਕਰੂ ਵੀਰੇ, ਮਤਲਬ ਮੈਂ ਇਹ ਸਾਰਾ ਕੰਮ ਮਿਕਸਿੰਗ ਵੀਰਾ ਮੈਂ ਕੰਮ ਕਰਦਾ ਹਾਂ। ਮਨਿੰਦਰ ਬੁੱਟਰ ਵੀਰੇ ਦੀ ਹੁਣ ਐਲਬਮ ਆਈ ਸੀਗੀ ਪਿੱਛੇ ਜੁਗਨੀ, ਉਹਦੇ ਵਿੱਚ ਮਤਲਬ ਕਾਫੀ ਕੰਮ ਕਰਿਆ ਸੀ ਇਕੱਠੇ। ਦੈਨ ਕਿਡ ਦਾ ਮੂਸੇਵਾਲਾ ਵੀਰੇ ਦਾ ਜਿੰਨੇ ਵੀ ਤੁਸੀਂ ਗਾਣੇ ਸੁਣੇ ਨੇ, ਆਦਤ ਪਾਤੀ ਉਹਨਾਂ ਨੂੰ ਆਪਣੀ। ਹਾਂਜੀ ਆਦਤ ਹੀ ਆਪਾਂ ਕਹਿ ਸਕਦੇ ਆ। ਹੁਣ ਜਿਵੇਂ ਇੱਕ ਦੋ ਦਿਨ ਉਹ ਦੇ ਬਾਹਰ ਸੀਗੇ, ਮੈਂ ਵੀ ਆਪਣਾ ਸਕੇਜੂਲ ਮੇਰਾ ਟਾਈਟ ਚੱਲ ਰਿਹਾ ਸੀ, ਸੋ 2 ਦਿਨ ਅਸੀਂ ਉਹ ਮਤਲਬ ਪੋਸਟਪੋਨ ਕੀਤੀ ਰਿਕਾਰਡਿੰਗ ਜਦੋਂ ਅਵੇਲੇਬਿਲਿਟੀ। ਹਾਂਜੀ ਹੋਈ, ਤੇ ਇਹ ਪਿਆਰ ਹੀ ਆ, ਮੈਂ ਇਹ ਸਮਝਦਾ, ਕਿਉਂਕਿ ਪੈਸਾ ਜਾਂ ਕੁਝ ਹੋਰ ਚੀਜ਼ ਜੋ ਸਾਨੂੰ ਮਿਲਦਾ ਉਹ ਇੱਕ ਸਮੇਂ ਤੇ ਆ ਕੇ ਖਤਮ ਹੋ ਜਾਂਦਾ ਹੈ। ਇੱਕ ਜਿਹੜਾ ਇੱਕ ਪ੍ਰੇਮ ਪਿਆਰ ਆਪਸ 'ਚ ਬਣਿਆ ਰਵੇ ਨਾ ਇੰਡਸਟਰੀ 'ਚ, ਮੈਂ ਸਮਝਦਾ ਕਿ ਸਾਡਾ ਆਰਟਿਸਟ ਦਾ ਪ੍ਰੋਡਿਊਸਰਸ ਨਾਲ, ਸਿੰਗਰਸ ਨਾਲ, ਉਹ ਮੇਰੇ ਹਿਸਾਬ ਨਾਲ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਬਹੁਤ ਧੰਨਵਾਦ। ਬੜੀ ਖੂਬਸੂਰਤ ਲੱਗੀ ਅੱਜ ਗੱਲਬਾਤ ਵੀ, ਬੜੀ ਖੂਬਸੂਰਤ ਲੱਗੀ। ਤੇ ਜੋ ਸਾਜ਼ ਅਸੀਂ ਇਹਨਾਂ ਨੂੰ ਵਜਾਉਂਦੇ ਸੁਣਿਆ, ਸੁਣ ਕੇ ਬੜਾ ਸਕੂਨ ਮਿਲਿਆ ਰੂਹ ਨੂੰ। ਉਮੀਦ ਕਰਦੇ ਹਾਂ ਕਿ ਦਰਸ਼ਕ ਵੀ ਉਹਨੇ ਹੀ ਇਸ ਵੇਲੇ ਉਹੀ ਮਹਿਸੂਸ ਕਰ ਰਹੇ ਹੋਣੇ ਨੇ ਜੋ ਮੈਂ ਮਹਿਸੂਸ ਕਰ ਰਹੀ ਹਾਂ। ਤਾਂ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ, ਇਸੇ ਤਰ੍ਹਾਂ ਆਪਣੇ ਸਾਜ਼ਾਂ ਦੇ ਨਾਲ ਜੋ ਕਮਾਲ ਕਰ ਰਹੇ ਹੋ ਗੀਤਾਂ ਦੇ ਵਿੱਚ ਕਰਦੇ ਰਹੋ। ਤਾਂ ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ।